ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਹੁਣ ਅੱਗੇ ਵਧ ਰਹੇ ਹਾਂ ਮਿਲਾਪ ਦੇ ਤੰਬੂ ਦੇ ਵਿੱਚ। ਪਵਿੱਤਰ ਸਥਾਨ ਤੱਕ ਆਪਾਂ ਆਏ ਸੀਗੇ ਔਰ ਜਿਹਦੇ ਵਿੱਚ ਅਸੀਂ ਹਰ ਗੱਲ ਨੂੰ ਬੜੀ ਬਰੀਕੀ ਦੇ ਨਾਲ ਦੇਖਿਆ, ਕਿਨਾਤ ਦੇ ਵਿਸ਼ੇ ਵਿੱਚ ਸਿੱਖਿਆ ਔਰ ਮੇਨ ਜੋ ਦਰਵਾਜ਼ਾ ਹੈ ਉਹਦੇ ਵਿਸ਼ੇ ਵਿੱਚ ਸਿੱਖਿਆ ਔਰ ਫਿਰ ਜਗਵੇਦੀ ਦੇ ਵਿਸ਼ੇ ਸਿੱਖਿਆ, ਫਿਰ ਹੌਦੀ ਦੇ ਵਿਸ਼ੇ ਵਿੱਚ ਸਿੱਖਿਆ। ਉਸ ਤੋਂ ਬਾਅਦ ਪਵਿੱਤਰ ਸਥਾਨ ਦੇ ਤਖਤਿਆਂ ਦੇ ਵਿਸ਼ੇ ਵਿੱਚ ਸਿੱਖਿਆ ਔਰ ਛੱਤ 'ਤੇ ਪਏ ਹੋਏ 4 ਪ੍ਰਕਾਰ ਦੇ ਜਿਹੜੇ ਪਰਦੇ ਆ ਉਹਨਾਂ ਦੇ ਬਾਰੇ ਸਿੱਖਿਆ। ਔਰ ਉਸ ਤੋਂ ਬਾਅਦ ਅਸੀਂ ਫਿਰ ਸ਼ਮਾਦਾਨ ਦੇ ਬਾਰੇ ਸਿੱਖਿਆ, ਧੂਪ ਦੀ ਵੇਦੀ ਬਾਰੇ ਸਿੱਖਿਆ ਔਰ ਮੇਜ਼ 'ਤੇ ਪਈ ਹੋਈ ਰੋਟੀ ਦੇ ਬਾਰੇ ਸਿੱਖਿਆ। ਹਾਲੇਲੂਇਆ, ਹਾਲੇਲੂਇਆ। ਔਰ ਹਰ ਗੱਲ ਨੂੰ ਸਿੱਖਣ ਦਾ ਸਾਡਾ ਮਕਸਦ ਸੀਗਾ ਕਿ ਜਦੋਂ ਇਹ ਤੰਬੂ ਨੂੰ ਆਪਾਂ ਦੇਖਿਆ, ਸ਼ੁਰੂਆਤ ਦੀ ਦੇਖੀ ਤੇ ਉਹਦੇ 'ਚ ਸੀਗਾ ਕਿ ਤੰਬੂ ਸਵਰਗ ਦੇ ਤੰਬੂ ਦਾ ਪ੍ਰਤੀਕ ਆ, ਯਿਸੂ ਮਸੀਹ ਦਾ ਪ੍ਰਤੀਕ ਆ ਔਰ ਕਲੀਸਿਆ ਦਾ ਪ੍ਰਤੀਕ ਆ ਔਰ ਇੱਕ ਚੇਲੇ ਦਾ ਪ੍ਰਤੀਕ ਆ। ਹਾਲੇਲੂਇਆ। ਸੋ ਇਹਦਾ ਮਤਲਬ ਜੇ ਤੰਬੂ ਇਹ ਸਾਨੂੰ ਹੀ ਦਿਖਾਉਂਦਾ ਹੈ ਤੇ ਫਿਰ ਤੰਬੂ ਜਿੱਦਾਂ ਦਾ ਮੂਸਾ ਨੂੰ ਕਿਹਾ ਸੀ ਖੁਦਾ ਨੇ ਤੇ ਉੱਦਾਂ ਦਾ ਬਣਾਇਆ ਗਿਆ, ਨਮੂਨੇ ਅਨੁਸਾਰ ਬਣਿਆ ਤੇ ਫਿਰ ਹੀ ਜਲਾਲ ਉਤਰਿਆ। ਹਾਲੇਲੂਇਆ। ਸੋ ਸਾਡੀ ਤੇ ਵੀ ਫਿਰ ਅਸੀਂ ਵੀ ਉਠਾਏ ਜਾਣ ਦੇ ਯੋਗ ਫਿਰ ਉਹ ਹੀ ਹੋਊਗਾ ਜਿਹੜਾ ਤੰਬੂ ਦੇ ਸਮਾਨ ਆਪਣੇ ਆਪ ਨੂੰ ਪੂਰੀ ਤਰ੍ਹਾਂ ਤਿਆਰ ਕਰੂਗਾ। ਸੋ ਤੰਬੂ ਦੀ ਹਰ ਗੱਲ ਨੂੰ, ਹਰ ਚੀਜ਼ ਨੂੰ ਦੇਖਦੇ ਦੇਖਦੇ ਆਪਾਂ ਇਹੀ ਦੇਖ ਰਹੇ ਸੀ ਕਿ ਸਾਡੀ ਜਿਹੜੀ ਤੰਬੂ 'ਚ ਲੱਗਣ ਵਾਲੀ, ਜੇ ਅਸੀਂ ਕਿੱਲੀ ਦੇ ਰੂਪ ਦੇ ਵਿੱਚ ਹੈ ਤੇ ਕਿੱਲੀ ਦੀ ਪੂਰੀ ਕਢਾਈ ਹੈਗੀ ਹੈ। ਜੇ ਕਨਾਤ ਦੇ ਰੂਪ ਦੇ ਵਿੱਚ ਹੈ, ਕਨਾਤ ਨੂੰ ਪੂਰੀ ਕੱਸ ਹੈਗੀ ਆ। ਹਾਲੇਲੂਇਆ। ਇਹ ਕਨਾਤ ਦੇ ਪਿੱਲਰਾਂ ਦੇ ਬਾਰੇ ਵਿੱਚ ਹੈ ਤੇ ਫਿਰ ਉਹਦੇ ਲਈ ਵੀ ਆਪਾਂ ਅਲੱਗ-ਅਲੱਗ ਚੀਜ਼ਾਂ ਨੂੰ ਦੇਖਿਆ। ਸੋ ਹਰ ਚੀਜ਼ ਨੂੰ ਆਪਾਂ ਦੇਖਦੇ ਹਾਂ ਕਿ ਉਹ ਉਸ ਹਿਸਾਬ ਕਿਤਾਬ ਦੇ ਨਾਲ ਸਾਡੀ ਫਿਟਿੰਗ ਹੈਗੀ ਆ ਕਿ ਨਹੀਂ। ਹਾਲੇਲੂਇਆ। ਔਰ ਖੁਦਾਵੰਦ ਸਾਨੂੰ ਇਹ ਜਦੋਂ ਮੌਕਾ ਦੇ ਰਿਹਾ ਸਿੱਖਣ ਦਾ, ਕਿਉਂਕਿ ਅਸੀਂ ਜੀਂਦੇ ਹਾਂ ਤੇ ਸਾਨੂੰ ਮੌਕਾ ਆ। ਹਾਲੇਲੂਇਆ। ਜੀਂਦੇ ਹਾਂ ਤੇ ਖੁਦਾ ਦਾ ਹਜੇ ਤੱਕ ਰਹਿਮ ਹੀ ਆ। ਸੋ ਇਸ ਰਹਿਮ ਦੇ ਸਮੇਂ ਸਾਨੂੰ ਚਾਹੀਦਾ ਕਿ ਅਸੀਂ ਖੁਦਾ ਦੇ ਵਚਨ ਨੂੰ ਪੂਰੀ ਗਹਿਰਾਈ ਦੇ ਨਾਲ ਸਮਝ ਲਈਏ ਔਰ ਸਿੱਖ ਲਈਏ ਤਾਂ ਕਿ ਅਸੀਂ ਉਹਦਾ ਤੰਬੂ ਬਣ ਜਾਈਏ। ਸੋ ਉਸ ਤੋਂ ਬਾਅਦ ਅਸੀਂ ਆ ਗਏ ਸੀਗੇ ਅਤੀ ਪਵਿੱਤਰ ਸਥਾਨ ਦੇ ਵਿੱਚ। ਔਰ ਅਤੀ ਪਵਿੱਤਰ ਸਥਾਨ ਵਿੱਚ ਜਾਣ ਤੋਂ ਪਹਿਲਾਂ ਇੱਕ ਪਰਦਾ ਆਉਂਦਾ ਜਿਹੜਾ ਪਵਿੱਤਰ ਸਥਾਨ ਔਰ ਅਤੀ ਪਵਿੱਤਰ ਸਥਾਨ ਦੇ ਦਰਮਿਆਨ ਹੈ। ਹਾਲੇਲੂਇਆ। ਔਰ ਇਹ ਪਰਦਾ ਸਾਡੇ ਨਾਲ ਕੀ ਗੱਲਾਂ ਕਰਦਾ ਆ। ਕੂਚ 26, 31 ਤੋਂ 32 'ਚ ਆਪਾਂ ਦੇਖਿਆ ਸੀਗਾ। ਇਹ ਪਰਦਾ ਪਵਿੱਤਰ ਸਥਾਨ ਨੂੰ ਪਰਮ ਪਵਿੱਤਰ ਸਥਾਨ ਤੋਂ ਅਲੱਗ ਕਰਦਾ ਹੈ ਅਤੇ ਸਿਰਫ ਮਹਾਜਾਜਕ ਹੀ ਸਾਲ ਵਿੱਚ ਇੱਕ ਵਾਰ ਜਾ ਸਕਦਾ ਇਹਦੇ ਅੰਦਰ। ਹਾਲੇਲੂਇਆ। ਔਰ ਇਬਰਾਨੀਆਂ 10 ਦੀ 19 ਤੋਂ 22 ਦੇ ਵਿੱਚ ਆਪਾਂ ਦੇਖਿਆ ਸੀ ਇਹ ਪਰਦਾ ਯਿਸੂ ਮਸੀਹ ਦੀ ਸਲੀਬ ਤੇ ਚੜਾਈ ਦੇਹ ਦਾ ਪ੍ਰਤੀਨਿਧਿਤਵ ਕਰਦਾ ਹੈ। ਕਿਹਦਾ? ਯਿਸੂ ਮਸੀਹ ਦੀ ਸਲੀਬ ਤੇ ਚੜਾਈ ਗਈ ਦੇਹ। ਯਿਸੂ ਮਸੀਹ ਨੂੰ ਵੀ ਦਿਖਾਉਂਦਾ ਨਾ ਪਰਦਾ ਇਹ ਆਪਣਾ ਪਵਿੱਤਰ ਸਥਾਨ ਜਿਹੜਾ ਯਿਸੂ ਮਸੀਹ ਨੂੰ ਵੀ ਦਿਖਾਉਂਦਾ। ਔਰ ਇਸ ਹਿੱਸੇ ਦੇ ਵਿੱਚ ਪਵਿੱਤਰ ਸਥਾਨ ਦੇ ਪਰਦੇ ਵਾਲੇ ਹਿੱਸੇ ਵਿੱਚ ਜਦੋਂ ਯਿਸੂ ਨੂੰ ਆਪਾਂ ਦੇਖਦੇ ਹਾਂ, ਕਿਉਂਕਿ ਯਿਸੂ ਨੂੰ ਜਦ ਦੇਖਦੇ ਹਾਂ ਦਰਵਾਜ਼ੇ ਦੇ ਰੂਪ ਦੇ ਵਿੱਚ, ਉੱਥੇ ਵੀ ਉਹਦੀ ਸੇਵਕਾਈ ਅਲੱਗ ਆ। ਜਗਵੇਦੀ ਦੇ ਰੂਪ ਦੇ ਵਿੱਚ ਉੱਥੇ ਵੀ ਉਹਦੀ ਸੇਵਕਾਈ ਕੀ ਆ? ਅਲੱਗ ਆ। ਹਾਲੇਲੂਇਆ। ਸੋ ਹਰ ਥਾਂ ਤੇ ਜਿੱਥੇ ਜਿੱਥੇ ਅਸੀਂ ਯਿਸੂ ਨੂੰ ਦੇਖਦੇ ਹਾਂ ਉਹਦੇ ਵਿੱਚ ਤੇ ਹਰ ਥਾਂ ਤੇ ਅਲੱਗ-ਅਲੱਗ ਸੇਵਕਾਈ ਆ। ਸੋ ਪਰਦੇ ਦੇ ਵਿੱਚ ਜਦੋਂ ਅਸੀਂ ਦੇਖਦੇ ਤੇ ਯਿਸੂ ਮਸੀਹ ਦੀ ਉਸ ਦੇਹ ਨੂੰ ਦੇਖਦੇ ਹਾਂ ਜਿਹੜੀ ਸਲੀਬ ਤੇ ਕੀ ਕੀਤੀ ਗਈ ਆ? ਚੜਾਈ ਗਈ ਆ। ਹਾਲੇਲੂਇਆ। ਸੋ ਮਤਲਬ ਸਲੀਬ ਤੇ ਜਿਹੜੀ ਦੇਹ ਪਾੜੀ ਗਈ, ਉਹ ਦੇਹ ਫਟੀ ਆ ਤਾਂ ਹੀ ਉਹ ਪਰਦਾ ਵੀ ਕੀ ਹੋਇਆ ਆ? ਫਟ ਗਿਆ। ਹਾਲੇਲੂਇਆ। ਸੋ ਉਹਦੇ 'ਚ ਅਸੀਂ ਇਹ ਦੇਖਦੇ ਹਾਂ ਤੇ ਉਸ ਤੋਂ ਬਾਅਦ ਜ਼ਿੰਮੇਵਾਰੀ ਕਲੀਸਿਆ ਦੀ ਆ। ਹਾਲੇਲੂਇਆ। ਤੇ ਇਹ ਵੀ ਜਿਹੜੀਆਂ ਭੇਡਾਂ ਆ ਇਹਨਾਂ ਨੇ ਵੀ ਕੀ ਹੋਣਾ ਆ? ਬਲੀ ਹੋਣਾ ਆ। ਬਲੀ ਹੋ ਕੇ ਹੀ ਉਸ ਅਤ ਪਵਿੱਤਰ ਸਥਾਨ ਦੇ ਵਿੱਚ ਪ੍ਰਵੇਸ਼ ਹੈਗਾ। ਹਾਲੇਲੂਇਆ। ਸੋ ਵਚਨ ਨੂੰ ਸਿੱਖਣ ਦਾ ਸਾਡਾ ਮਕਸਦ ਕੀ ਆ? ਅਸੀਂ ਬਲੀ ਹੋਣ ਲਈ ਕੀ ਹੋ ਜਾਈਏ? ਤਿਆਰ ਹੋ ਜਾਈਏ। ਬਲੀ ਹੋਣ ਲਈ ਸਾਡੇ ਵਿੱਚ ਕੀ ਆ ਜਾਵੇ? ਬਲ ਆ ਜਾਵੇ। ਹਾਲੇਲੂਇਆ। ਔਰ ਅਸੀਂ ਕਿਤੇ ਉਖੜ ਨਾ ਜਾਈਏ, ਨਰਵਸ ਨਾ ਹੋ ਜਾਈਏ ਜਾਂ ਦੁਸ਼ਟ ਦੀ ਚਾਲ ਦੇ ਵਿੱਚ ਫਸ ਨਾ ਜਾਈਏ। ਇਹਦੇ ਵਾਸਤੇ ਸਾਨੂੰ ਕਲੀਸਿਆ ਵਿੱਚ ਖੁਦਾ ਨੇ ਵਚਨ ਸਿਖਾ ਰਿਹਾ ਹੈ, ਵਚਨ ਤੋਂ ਸਾਨੂੰ ਜਾਣੂ ਕਰਾ ਰਿਹਾ। ਕਿਉਂਕਿ ਯਿਸੂ ਦੇ ਨਕਸ਼ੇ ਕਦਮ ਤੇ ਆ ਤੇ ਫਿਰ ਕਦਮ ਵੀ ਕਿੱਦਾਂ ਦੇ ਹੋਣੇ ਆ? ਯਿਸੂ ਵਰਗੇ ਹੋਣੇ।
ਹਾਲੇਲੂਇਆ। ਸੋ ਜਿੱਥੋਂ ਜਿੱਥੋਂ ਦੀ ਯਿਸੂ ਗੁਜ਼ਰਿਆ ਆ, ਉੱਥੋਂ ਉੱਥੋਂ ਦੀ ਗੁਜ਼ਰ ਕੇ ਹੀ ਸਲੀਬ ਤੇ ਜਾਨ ਦੇਣ ਦੇ ਨਾਲ ਖੁਦਾ ਦੇ ਘਰ ਦੇ ਵਿੱਚ ਕਬੂਲ ਹੋਣਾ। ਜਿਸ ਪਹਾੜ ਤੇ ਯਿਸੂ ਨੇ ਜਾਨ ਦਿੱਤੀ, ਉਸੇ ਪਹਾੜ ਤੇ ਸਾਨੂੰ ਵੀ ਕੀ ਦੇਣੀ ਪੈਣੀ ਆ? ਜਾਨ ਦੇਣੀ ਪੈਣੀ। ਹੋਰ ਕਿਸੇ ਪਹਾੜ ਤੇ ਬਲੀ ਕਬੂਲ ਹੋਣੀ ਨਹੀਂ। ਹਾਲੇਲੂਇਆ। ਕਿਉਂਕਿ ਅਬਰਾਹਮ ਨੂੰ ਕਿਹਾ ਹੈ ਆਪਣੇ ਪੁੱਤਰ ਨੂੰ ਬਲੀਦਾਨ ਕਰ ਦੇ, ਤੇ ਜਾ ਕੇ ਮੈਂ ਜਿਹੜੀ ਪਹਾੜੀ ਤੇ ਮੈਂ ਕਹੂੰਗਾ ਉੱਥੇ ਉਹਨੂੰ ਕੀ ਕਰੀ? ਬਲੀਦਾਨ। ਪਹਾੜੀਆਂ ਬਹੁਤ। ਹਾਲੇਲੂਇਆ। ਸੋ ਇੱਕ ਸਿਸਟਮ ਆ ਖੁਦਾ ਦਾ, ਜਿੱਥੇ ਜਿੱਥੇ ਆ ਉਸੇ ਨਕਸ਼ੇ ਕਦਮ ਤੇ ਚੱਲ ਕੇ ਹੀ ਅਸੀਂ ਆਪਣੇ ਉद्धार ਦੇ ਕੰਮ ਨੂੰ ਪੂਰਾ ਕਰ ਸਕਦੇ ਹਾਂ। ਹਾਲੇਲੂਇਆ। ਹਾਲੇਲੂਇਆ। ਸੋ ਵਚਨ ਖਾਣਾ ਆ ਔਰ ਪ੍ਰਾਰਥਨਾ ਦਾ ਜਿਹੜਾ ਆ ਆਰਾਧਨਾ ਦਾ ਪਾਣੀ ਵੀ ਨਾਲ ਨਾਲ ਪੀਣਾ ਹੈ। ਵਚਨ ਖਾਣਾ, ਆਰਾਧਨਾ, ਪ੍ਰਾਰਥਨਾ ਦਾ ਕੀ ਕਰਨਾ? ਸਤੁਤੀ ਦਾ ਪਾਣੀ ਵੀ ਨਾਲ ਨਾਲ ਪੀਣਾ ਹੈ। ਪਾਣੀ ਦਾ ਕੰਮ ਉਹ ਕਰਦੀ ਹੈ। ਸੋ ਜਦੋਂ ਇਹ ਕਰਾਂਗੇ ਤੇ ਅਸੀਂ ਕੀ ਕਰਾਂਗੇ? ਬਲ ਪਾਉਂਦੇ ਜਾਵਾਂਗੇ। ਖੁਦਾਵੰਦ ਖੁਦਾ ਨੇ ਸਾਡੇ ਤੋਂ ਕੁਛ ਓਲਾ ਨਹੀਂ ਰੱਖਿਆ। ਸਿੱਖਣ ਲਈ ਵਚਨ ਦਿੱਤਾ ਆ ਤੇ ਖਾਣ ਲਈ ਬਦਨ ਵੀ ਦਿੱਤਾ ਹੈ। ਹਾਲੇਲੂਇਆ। ਜੇ ਪੀਣ ਲਈ ਪਾਣੀ ਦਿੱਤਾ ਹੈ ਤੇ ਪੀਣ ਲਈ ਲਹੂ ਵੀ ਦਿੱਤਾ ਹੈ। ਕਿਤੇ ਵੀ ਆਪਾਂ ਯਿਸੂ ਨੂੰ ਝੂਠਾ ਠਹਿਰਾ ਸਕਦੇ ਨਹੀਂ। ਸੋ ਯਿਸੂ ਨੇ ਆਪਣੇ ਕੰਮ ਨੂੰ ਪੂਰਾ ਕੀਤਾ ਆ। ਹੁਣ ਬਾਕੀ ਹਿੱਸੇ ਦੇ ਕੰਮ ਨੂੰ ਜਿਹੜਾ ਸਾਡਾ ਆ, ਸਾਡੇ ਹਿੱਸੇ ਦਾ, ਉਹ ਅਸੀਂ ਪੂਰਾ ਕਰਨਾ ਹੈ। ਹਾਲੇਲੂਇਆ। ਸੋ ਵਚਨ ਸਿੱਖਦੇ ਹੋਏ ਆਪਾਂ ਹਮੇਸ਼ਾ ਕਦੀ ਵੀ ਕੋਈ ਵੀ ਦਾਸ ਤੋਂ ਸਾਨੂੰ ਵਚਨ ਸਿੱਖਣ ਦਾ ਮੌਕਾ ਮਿਲ ਜਾਂਦਾ ਹੈ ਤੇ ਸਾਡਾ ਮਨ ਕਿੱਦਾਂ ਦਾ ਹੋਣਾ? ਇਹ ਵਚਨ ਕਿਹਦੇ ਲਈ ਆ? ਮੇਰੇ ਲਈ। ਹਾਲੇਲੂਇਆ। ਜਦੋਂ ਵਚਨ ਮੇਰੇ ਲਈ ਕਰਾਂਗੇ ਤੇ ਵੀ ਸਾਨੂੰ ਉਹਦੇ ਵਿੱਚੋਂ ਸਾਡੀ ਜ਼ਿੰਮੇਵਾਰੀ ਨਜ਼ਰ ਆ ਜਾਣੀ। ਕਿਉਂਕਿ ਅੱਜ ਜ਼ਿੰਮੇਵਾਰੀ ਨਜ਼ਰ ਨਹੀਂ ਆਉਂਦੀ, ਦੋਸ਼ ਲੱਭ ਲੈਂਦੇ। ਅੱਛਾ ਪਾਦਰੀ ਉਹ ਤਾਂ ਇਦਾਂ ਸੁਣਾਉਂਦਾ ਸੀਗਾ ਤੇ ਮੇਰੇ ਨਾਲ ਦਾ ਉਦਾਂ ਦਾ ਹੈਗਾ, ਹਨਾ? ਪਾਦਰੀ ਤੇ ਇਦਾਂ ਕਰਦਾ ਸੀ, ਉਹ ਇਦਾਂ ਨਹੀਂ ਤੇ ਜਾਂ ਫਿਰ ਪਾਦਰੀ ਨੂੰ ਫੜ ਲੈਣਾ। ਸੋ ਅਸੀਂ ਵਚਨ ਸਿੱਖਦੇ ਕੀ ਕਰਦੇ ਹਾਂ? ਜਿੱਦਾਂ ਯਿਸੂ ਕੋਲ ਵਚਨ ਸਿੱਖਣ ਵਾਲੇ, ਯਿਸੂ ਨੂੰ ਫੜਨ ਵਾਲੇ ਵੀ ਵਿੱਚ ਹੀ ਸੀਗੇ, ਯਿਸੂ ਨੂੰ ਦੋਸ਼ ਲਾਉਣ ਵਾਲੇ ਵੀ ਵਿੱਚ ਹੀ ਸੀ। ਸੋ ਆਪਾਂ ਉਸ ਕੈਟਾਗਰੀ ਦੇ ਵਿੱਚੋਂ ਆ ਕਿ ਜਿਹੜਾ ਦੋਸ਼ ਲਾਉਣਾ ਆ ਜਾਂ ਕੋਈ ਗੱਲ ਹੀ ਲੱਭਣੀ ਆ, ਜਾਂ ਉਸ ਗੱਲ ਨੂੰ ਜਿਹੜੀ ਮੇਰੇ ਤੇ ਲੱਗਦੀ ਉਹ ਲਾ ਕਿਸੇ ਹੋਰ ਨੂੰ ਦੇ ਕੇ ਆਪਣਾ ਫਿਰ ਉੱਦਾਂ ਹੀ ਰੱਖਣਾ ਹੈ। ਜਿਹੜੀ ਕਟਾਈ ਛਟਾਈ ਸਾਡੀ ਹੋਣੀ ਸੀ ਉਹਨੂੰ ਹੋਣ ਦੇਣਾ ਹੀ ਨਹੀਂ। ਇਦਾਂ ਦੇ ਨਹੀਂ ਬਣਨਾ। ਹਾਲੇਲੂਇਆ। ਖੁਦਾ ਦੇ ਵਚਨ ਨੂੰ ਹਮੇਸ਼ਾ ਇਸ ਗੱਲ ਕਰਕੇ ਸਿੱਖਣਾ ਹੈ, ਪ੍ਰਭੂ ਜਿਹੜੀ ਮੇਰੀ ਕਮੀ ਹੈ ਨਾ, ਤੇਰੇ ਵਚਨ ਦੇ ਨਾਲ ਦੂਰ ਹੋਣੀ ਚਾਹੀਦੀ। ਜਿਹੜੀ ਮੇਰੀ ਕਮੀ, ਮੈਂ ਇੱਥੇ ਵਚਨ ਸਿੱਖਣ ਦੂਸਰਿਆਂ ਦੀਆਂ ਕਮੀਆਂ ਨੂੰ ਉਜਾਗਰ ਕਰਨ ਲਈ ਜਾਂ ਉਹਨਾਂ ਦੀ ਕਮੀਆਂ ਨੂੰ ਫੈਲਾਉਣ ਲਈ ਜਾਂ ਉਹਨਾਂ ਨੂੰ ਦੋਸ਼ੀ ਠਹਿਰਾਉਣ ਲਈ ਨਹੀਂ ਸਿੱਖਣਾ ਚਾਹੁੰਦਾ। ਮੈਂ ਵਚਨ ਆਪਣੇ ਦੋਸ਼ਾਂ ਨੂੰ ਦੂਰ ਕਰਨ ਲਈ ਸਿੱਖਣਾ ਚਾਹੁੰਦਾ ਹਾਂ। ਹਾਲੇਲੂਇਆ। ਸੋ ਇਹ ਮੰਨ ਲੈ ਕੇ ਜਦੋਂ ਅਸੀਂ ਚੱਲਾਂਗੇ ਤੇ ਫੇਰ ਹੀ ਕਿਤੇ ਪਵਿੱਤਰ ਸਥਾਨ ਹੋਵਾਂਗੇ, ਕਿਉਂਕਿ ਖੁਦਾ ਦਾ ਜਿਹੜਾ ਨਿਵਾਸ ਹੈ ਉਹ ਪਵਿੱਤਰ ਸਥਾਨ 'ਚ ਹੀ ਆ। ਅਪਵਿੱਤਰ ਸਥਾਨ ਦੇ ਵਿੱਚ ਨਿਵਾਸ ਹੈਗਾ ਨਹੀਂ। ਹਾਲੇਲੂਇਆ। ਹਾਂ, ਖੁਦਾ ਕੋਲ ਇਹ ਇੰਤਜ਼ਾਮ ਹੈ ਕਿ ਕੋਈ ਅਗਰ ਮੈਲਾ ਆ ਤੇ ਉਹਦੇ ਕੋਲ ਧੋਣ ਲਈ ਸਾਬਣ ਹੈਗਾ। ਹਾਲੇਲੂਇਆ। ਜੇ ਕੋਈ ਮੈਲਾ ਆਪਣੇ ਆਪ ਨੂੰ ਉਹਦੇ ਦੇਵੇ, ਕੋਈ ਮੰਦਰ ਮੈਲਾ ਆ, ਉਹਦੀ ਸਫਾਈ ਲਈ ਉਹਦੇ ਕੋਈ ਇੰਤਜ਼ਾਮ ਹੈਗਾ ਹੈ। ਸੋ ਉਹਨੂੰ ਉਹ ਦੇ ਦਿੱਤਾ ਜਾਊਗਾ। ਸੋ ਆਓ ਆਪਾਂ ਦੇਖਦੇ ਪਵਿੱਤਰ ਸਥਾਨ ਦੇ ਵਿੱਚ ਇਹ ਜਿਹੜਾ ਪਰਦਾ ਹੈ, ਪਰਦੇ ਦੀ ਗੱਲ ਨੂੰ ਆਪਾਂ ਦੇਖ ਰਹੇ ਸੀ। ਪਰਦਾ ਕੀ ਦਿਖਾ ਰਿਹਾ ਆ? ਯਿਸੂ ਮਸੀਹ ਦੀ ਸਲੀਬ ਤੇ ਦਿੱਤੀ ਗਈ ਜਾਨ। ਯਿਸੂ ਮਸੀਹ ਦੇ ਚਮਤਕਾਰਾਂ ਨੂੰ ਦਿਖਾ ਰਿਹਾ। ਯਿਸੂ ਮੁਰਦਿਆਂ ਨੂੰ ਜਿੰਦਾ ਕਰ ਰਿਹਾ, ਉਹ ਨਹੀਂ ਦਿਖਾ ਰਿਹਾ। ਯਿਸੂ ਪਾਣੀਆਂ ਨੂੰ ਥੰਮ ਰਿਹਾ, ਤੂਫਾਨਾਂ ਨੂੰ ਥੰਮ ਰਿਹਾ। ਇਹ ਪਰਦਾ ਉਹ ਦਿਖਾ ਨਹੀਂ ਰਿਹਾ। ਹਾਲੇਲੂਇਆ। ਯਿਸੂ ਸਿੱਖਿਆ ਦੇ ਰਿਹਾ ਹੈ ਚੇਲਿਆਂ ਨੂੰ, ਉਹ ਨਹੀਂ ਦਿਖਾ ਰਿਹਾ। ਯਿਸੂ ਰੋਟੀਆਂ ਖਿਲਾ ਰਿਹਾ ਲੋਕਾਂ ਨੂੰ, ਉਹ ਦਿਖਾ ਨਹੀਂ ਰਿਹਾ। ਇੱਥੇ ਯਿਸੂ ਦਾ ਇੱਕ ਸੇਵਾ ਆ ਜਿਹੜੀ ਨਜ਼ਰ ਆਉਂਦੀ ਪਰਦੇ ਦੇ ਵਿੱਚੋਂ ਦੀ, ਉਹ ਕੀ ਆ? ਆਪਣੀ ਜਾਨ ਦੇ ਰਿਹਾ ਆ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਇੱਥੇ ਜਾਨ ਨਿਕਲ ਰਹੀ ਆ, ਉੱਥੇ ਕੀ ਹੋ ਰਿਹਾ? ਮੰਦਿਰ ਵਿੱਚ ਪਰਦਾ ਹਟ ਰਿਹਾ ਆ। ਹਾਲੇਲੂਇਆ। ਸੋ ਜਿੱਦਾਂ ਯਿਸੂ ਰਾਹ ਬਣ ਗਿਆ ਪਿਤਾ ਤੱਕ ਜਾਣ ਦਾ ਸੰਸਾਰ ਲਈ, ਅਸੀਂ ਵੀ ਰਾਹ ਬਣਨਾ ਹੈ ਲੋਕਾਂ ਤੱਕ, ਯਿਸੂ ਤੱਕ ਜਾਣ ਲਈ। ਹਾਲੇਲੂਇਆ। 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 ਯਿਸੂ ਰਾਹ ਕੀ ਬਣਿਆ ਭਲਾ? ਪਿਤਾ ਤੱਕ ਜਾਣ ਲਈ। ਹੁਣ ਇਹ ਤੰਬੂ ਅਸੀਂ ਵੀ ਹੈ ਨਾ, ਸਾਡੇ ਕੋਲ ਵੀ ਇੱਕ ਜ਼ਿੰਮੇਵਾਰੀ ਹੈ ਨਾ। ਸਾਡੇ ਥਰੂ ਲੋਕਾਂ ਨੇ ਕਿਹਦੇ ਕੋਲ ਆਉਣਾ ਹੈ? ਯਿਸੂ।
ਜੇ ਸਾਡੇ ਤੋਂ ਰੋਕ ਕੇ ਯਿਸੂ ਤੱਕ ਆ ਗਏ ਤੇ ਯਿਸੂ ਕਹੂਗਾ ਦਰਵਾਜ਼ਾ ਮੈਂ ਹੀ ਆ ਬਈ, आमीन। ਬਿਨਾ ਮੇਰੇ ਕੋਈ ਪਿਤਾ ਕੋਲ ਜਾ ਸਕਦਾ नहीं। ਜਾ ਨਹੀਂ ਸਕਦਾ। ਤੇ ਇਹ ਯਿਸੂ ਨੇ ਆਪਣੇ ਆਪ ਨੂੰ ਪਾੜਿਆ ਤੇ ਪਿਤਾ ਦੇ ਨਾਲ ਮੇਲ ਕਰਾਇਆ ਲੋਕਾਂ ਦਾ। ਅਸੀਂ ਵੀ ਆਪਣੇ ਆਪ ਨੂੰ ਪਾੜਨਾ ਆ ਕਿ ਯਿਸੂ ਦੇ ਨਾਲ ਕੀ ਕਰ ਦਈਏ, ਲੋਕਾਂ ਨੂੰ ਮਿਲਾ ਦਈਏ, ਅਸਲੀ ਚਰਵਾਹੇ ਤੱਕ ਲੋਕਾਂ ਨੂੰ ਪਹੁੰਚਾ ਦਈਏ। ਹਾਲੇਲੂਇਆ। ਆਜੋ। ਸੋ ਆਪਾਂ ਦੇਖ ਰਹੇ ਸੀ ਇਬਰਾਨੀ 10 ਦੀ 19 ਤੋਂ 22। ਇਹ ਪਰਦਾ ਯਿਸੂ ਮਸੀਹ ਦੀ ਸਲੀਬ ਤੇ ਚੜਾਈ ਦੇਹ ਦਾ ਪ੍ਰਤੀਨਿਧਤਵ ਕਰਦਾ ਹੈ, ਜੋ ਉਸਨੇ ਪਰਦੇ ਅਰਥਾਤ ਆਪਣੀ ਦੇਹ ਦੇ ਦੁਆਰਾ ਸਾਡੇ ਲਈ ਖੋਲ ਦਿੱਤਾ। ਉੱਥੇ ਹੁਣ ਸਲੀਬ ਤੇ ਉਹ ਪਰਦਾ ਜਿਹੜਾ ਹੈ ਨਾ, ਉਹ ਯਿਸੂ ਹੀ ਹੈ ਇੱਕ ਕਿਸਮ ਦਾ। ਜਦੋਂ ਯਿਸੂ ਜਾਨ ਦੇ ਰਿਹਾ ਹੈ ਤੇ ਸਵਰਗ ਦੇ ਲਈ ਲੋਕਾਂ ਦੇ ਲਈ ਕੀ ਹੋ ਰਿਹਾ ਹੈ, ਰਾਹ ਖੁੱਲ ਰਿਹਾ ਹੈ। ਮੱਤੀ 27 ਦੀ 51 ਆਪਾਂ ਦੇਖਿਆ ਸੀ ਮੇਰਾ ਖਿਆਲ। ਜਦੋਂ ਯਿਸੂ ਨੇ ਜਾਨ ਦਿੱਤੀ ਤਾਂ ਪਰਦਾ ਫਟ ਗਿਆ ਅਤੇ ਸਾਡੇ ਲਈ ਰਸਤਾ ਖੋਲ ਕੇ ਦੇ ਦਿੱਤਾ ਪਿਤਾ ਨਾਲ ਮੇਲ ਕਰਨ ਲਈ। ਕਾਹਦੇ ਲਈ ਰਸਤਾ ਖੋਲ ਕੇ ਦਿੱਤਾ? ਪਿਤਾ ਦੇ ਨਾਲ ਮੇਲ ਕਰਨ ਲਈ। ਹਾਲੇਲੂਇਆ। ਸੋ ਪਿਤਾ ਨਾਲ ਮੇਲ ਕਰਨ ਲਈ ਜਦੋਂ ਸਾਡੇ ਲਈ ਰਸਤਾ ਖੋਲ ਕੇ ਦਿੱਤਾ ਹੈ ਤੇ ਸਲੀਬ ਤੇ ਜਦੋਂ ਜਾਨ ਦਿੱਤੀ ਆ, ਤੇ ਜਿੱਥੇ ਸਲੀਬ ਤੇ ਜਾਨ ਦੇ ਰਿਹਾ ਹੈ ਨਾ, ਉਹ ਮੰਦਰ ਨਹੀਂਗਾ। ਮੰਦਰ ਕਿੱਥੇ ਆ? ਦੂਰ ਆ, ਅਲੱਗ ਆ, ਹਨਾ। ਮੰਦਰ ਹਟ ਕੇ ਆ, ਪਰ ਜਾਨ ਕਿਸੇ ਹੋਰ ਥਾਂ ਤੇ ਦੇ ਰਿਹਾ। ਪਰ ਉਹਦੀ ਜਾਨ ਦਾ ਸੰਬੰਧ ਅਸਲ ਦੇ ਵਿੱਚ ਕਿਹਦੇ ਨਾਲ ਸੀਗਾ? ਹਾਂ, ਮੁਰਦਾ ਪਹਿਲਾਂ ਵੀ ਜਿਹਦੇ ਕੀਤੇ ਆ, ਪਰ ਪਰਦਾ ਫਟਿਆ ਨਹੀਂ। ਹਾਲੇਲੂਇਆ। ਕਿੱਡੇ ਕਿੱਡੇ ਚਮਤਕਾਰ ਕੀਤੇ ਆ, ਪਰਦਾ ਫਟਿਆ ਨਹੀਂ। ਹਾਲੇਲੂਇਆ। ਰੋਟੀਆਂ ਖਲਾਈਆਂ, ਪਰਦਾ ਫਟਿਆ ਨਹੀਂ, ਹਨਾ। ਪਵਿੱਤਰ ਆਤਮਾ ਯਿਸੂ ਮਸੀਹ ਦੇ ਉੱਤੇ ਆ ਕੇ ਕਬੂਤਰ ਦੀ ਨਿਆਈ ਉਹਦੇ ਉੱਤੇ ਆਇਆ, ਕਬੂਤਰ ਵਾਂਗ, ਪਰਦਾ ਫਟਿਆ ਨਹੀਂ। ਯਿਸੂ ਪਾਣੀ ਵਿੱਚ ਗਿਆ ਬਪਤਿਸਮੇ ਲਈ, ਪਰਦਾ ਫਟਿਆ ਨਹੀਂ। ਪਰਦਾ ਕਦੋਂ ਫਟਿਆ? ਜਦੋਂ ਸਲੀਬ ਤੇ ਜਾਨ ਦਿੱਤੀ। ਹਾਲੇਲੂਇਆ। ਹਾਲੇਲੂਇਆ। ਸੋ ਜਿੱਦਾਂ ਸਾਡੇ ਕੋਲ ਕਨੈਕਸ਼ਨ ਹੁੰਦੀ ਆ, ਇੱਥੋਂ ਸੁੱਚ ਦੱਬੋ ਤੇ ਬਾਹਰਲਾ ਬਲਬ ਜਗ ਜਾਂਦਾ, ਇਸੇ ਤਰੀਕੇ ਨਾਲ ਖੁਦਾ ਦੇ ਕੋਲ ਵੀ ਕਨੈਕਸ਼ਨ ਆ। ਇੱਥੇ ਜਾਣ ਦਿਓ ਤੇ ਉੱਥੇ ਪਰਦਾ ਫਟੂ। ਹੁਣ ਪਰਦਾ ਫਟੂਗਾ ਤੇ ਉਸ ਥਾਂ ਤੇ ਕੋਈ ਹੋਰ ਵੀ ਜਾਣ ਦੇ ਸਕਦਾ ਹੈ। ਹਾਲੇਲੂਇਆ। ਜਿਹੜੀ ਥਾਂ ਯਿਸੂ ਲਈ ਠਹਿਰਾਈ ਸੀ ਪਰਦਾ ਫਟਣ ਲਈ, ਉੱਥੇ ਹੋਰ ਵੀ ਕੋਈ ਜਾਣ ਦੇ ਸਕਦਾ ਹੈ, ਪਰ ਪਰਦਾ ਪਰਦਾ ਨਹੀਂ ਫਟਣਾ। ਹਾਲੇਲੂਇਆ। ਪਰਦਾ ਫਟਣਾ ਹੈ ਤੇ ਕਾਹਦੇ ਨਾਲ ਫਟਣਾ ਹੈ? ਯਿਸੂ ਮਸੀਹ ਦੀ ਹੀ ਜਾਨ ਆ, ਕਿਉਂਕਿ ਯਿਸੂ ਕੋਲ ਹੀ ਉਹ ਲਹੂ ਆ ਜਿਹਦੇ ਵਿੱਚ ਦੋਸ਼ ਹੈ ਨਹੀਂ। ਹਾਲੇਲੂਇਆ। ਜੇ ਸੋਚਦੇ ਵੀ ਚਲੋ ਮੇਮਣਾ ਬਲੀਦਾਨ ਕਰਦੇ ਸੀ ਤੇ ਮੇਮਣੇ ਬਾਕੀ ਥਾਵਾਂ ਤੇ ਬਲੀਦਾਨ ਕਰਦੇ ਆਏ ਆ ਤੇ ਪਰਦਾ ਨਹੀਂ ਫਟਿਆ, ਚਲੋ ਉੱਥੇ ਜਿੱਥੇ ਯਿਸੂ ਨੂੰ ਚੜਾਇਆ ਉੱਥੇ ਮੇਮਣਾ ਚੜਾ ਦਿੰਦੇ ਆ ਤੇ ਪਰਦਾ ਫਟਣਾ। ਗੱਲ ਸਮਝ ਆ ਰਹੀ ਸਾਰਿਆਂ ਨੂੰ? ਹਾਲੇਲੂਇਆ। ਇਸ ਲਈ ਪਰਦਾ ਫਟਣਾ ਤੇ ਇੱਕ ਚਾਹੀਦਾ, ਐਸਾ ਸ਼ਖਸ ਚਾਹੀਦਾ ਜਿਹਦੇ ਵਿੱਚ ਕੋਈ ਦੋਸ਼ ਨਾ ਹੋਵੇ। ਹਾਲੇਲੂਇਆ। ਪਰ ਸੰਸਾਰ ਵਿੱਚ ਦੇਖਿਆ ਤੇ ਸੰਸਾਰ ਦੇ ਬਾਰੇ ਵਚਨ ਗਵਾਹੀ ਦੇ ਰਿਹਾ ਆ, ਪਰਮੇਸ਼ਰ ਗਵਾਹੀ ਦੇ ਰਿਹਾ ਕਿ ਇੱਕ ਵੀ ਧਰਮੀ ਨਹੀਂ। ਹਾਲੇਲੂਇਆ। ਇਹਦਾ ਮਤਲਬ ਬੜੇ ਬੜੇ ਪਹੁੰਚੇ ਹੋਏ ਨਬੀ ਆ, ਪਹੁੰਚੇ ਹੋਏ ਪੈਗੰਬਰ ਆ, ਪਹੁੰਚੇ ਹੋਏ ਗੁਰੂ ਆ, ਫਿਲਾਸਫਰ ਆ, ਪਰ ਧਰਮੀ ਕੋਈ ਨਹੀਂ। ਧਰਮੀ ਕੌਣ ਆ? ਪ੍ਰਭੂ ਯਿਸੂ ਮਸੀਹ। ਸੋ ਉਹ ਦੋਸ਼ ਰਹਿਤ ਆ। ਦੂਸਰਾ ਕੀ ਆ? ਉਹ ਸੰਸਾਰ ਵਿੱਚੋਂ ਹੈਗਾ ਨਹੀਂ। ਸੋ ਬਲੀ ਕਿਹੜੀ ਕਬੂਲ ਹੋਣੀ ਆ? ਜਿਹਦੇ ਨਾਲ ਪਰਦਾ ਫਟਣਾ। ਦੋਸ਼ ਰਹਿਤ ਬਲੀ। ਸੰਸਾਰ ਵਿੱਚੋਂ ਲਈ ਗਈ ਬਲੀ ਨਹੀਂ, ਜਾਨਵਰਾਂ ਵਿੱਚੋਂ ਲਈ ਗਈ ਬਲੀ ਨਹੀਂ, ਸੰਸਾਰ ਦੇ ਧਰਮੀਆਂ ਵਿੱਚੋਂ ਲਈ ਗਈ ਬਲੀ ਨਹੀਂ। ਕਿਹੜੀ ਬਲੀ ਤੋਂ? निर्दोष और पवित्र बलि। निर्दोष और पवित्र बलि ਜਿਹੜੀ स्वर्ग ਤੋਂ। हालेलुया। हालेलुया। इसलिए स्वर्ग ਤੋਂ ਆਇਆ ਔਰ ਉਹਦੇ ਵਿੱਚ ਇਨਸਾਨ ਦਾ ਕੋਈ ਵੀ ਅੰਸ਼ ਹੈਗਾ ਨਹੀਂ ਸੀ। ਇਸ ਲਈ ਉਹਨੂੰ ਚੈੱਕ ਕੀਤਾ ਗਿਆ। ਗਾਂ ਜਾ ਕੇ ਆਪਾਂ ਦਿਖਾਂਗੇ। ਉਹਨੂੰ ਚੈੱਕ ਕੀਤਾ ਗਿਆ ਤੇ ਉਹਦੇ ਚ ਕੋਈ ਉਹਦਾ ਦੋਸ਼ ਪਾਇਆ ਗਿਆ। ਹਾਲੇਲੂਇਆ। ਇਸੇ ਲਈ ਪਰਦਾ ਫਟ ਗਿਆ। ਔਰ ਉਸ ਟਾਈਮ ਤੇ ਇੱਕ
ਇੱਕੋ ਹੀ ਘਟਨਾ ਸੰਸਾਰ ਦੀ ਆ ਜਿਹਦੇ ਤੇ ਦੋਸ਼ ਸਾਬਤ ਹੋਇਆ ਹੀ ਨਹੀਂ ਤੇ ਉਹਨੂੰ ਕਿੱਥੇ ਚੜਾਤਾ? ਸਲੀਬ ਤੇ ਚੜਾਤਾ। ਇੱਕੋ ਹੀ ਘਟਨਾ ਸੰਸਾਰ ਵਿੱਚ, ਸਭ ਤੋਂ ਵੱਡੀ ਘਟਨਾ। ਜੱਜ ਨੇ ਵੀ ਉਹਨੂੰ ਦੋਸ਼ੀ ਠਹਿਰਾਇਆ ਨਹੀਂ, ਪਰ ਫਿਰ ਵੀ ਉਹਨੂੰ ਕੀ ਚੜਾਤਾ ਆ? ਸਲੀਬ ਤੇ ਚੜਾ ਦਿੱਤਾ। ਤੇ ਜਦੋਂ ਇਦਾਂ ਹੋਣਾ ਆ ਤੇ ਪਰਦੇ ਨੇ ਤਾਂ ਆਪੇ ਫਟਣਾ ਭਾਈ। ਹਾਲੇਲੂਇਆ, ਹਾਲੇਲੂਇਆ। ਸੋ ਆ ਜਾਓ, ਇਫਸੀਆਂ 2:18 ਆਪਾਂ ਦੇਖ ਲਿਆ ਸੀ, ਪੜ੍ਹ ਲਓ। ਅਤੇ ਪਵਿੱਤਰ ਸਥਾਨ ਦੇ ਵਿੱਚ ਹੈ। ਤੇ ਮੇਰੀ ਤੁਹਾਨੂੰ ਇਹ ਬੇਨਤੀ ਆ ਵੀ ਜੇਕਰ ਤੁਸੀਂ ਇਸ ਹਿੱਸੇ ਨੂੰ ਲਗਾਤਾਰ ਸੁਣਨਾ ਚਾਹੁੰਦੇ, ਜਦੋਂ ਮੈਂ ਇੱਥੇ ਹੁੰਦਾ ਤੇ ਮੈਂ WhatsApp ਤੇ ਵੀ ਮੈਸੇਜ ਭੇਜ ਦਿੰਦਾ ਆ, ਤੁਹਾਨੂੰ ਵੈਸੇ ਪਤਾ ਲੱਗ ਹੀ ਗਿਆ। ਔਰ ਹੋਰਾਂ ਨੂੰ ਵੀ ਦੱਸ ਦਿਓ, ਹਜ਼ੂਰੀ 'ਚ ਆ ਕੇ ਸਿੱਖਣ ਦਾ ਮਨ ਬਣਾ ਲੈਣ, ਕਿਉਂਕਿ ਇੱਥੋਂ ਲਾਈਵ ਸੁਣ ਕੇ ਜਿਹੜਾ ਨਾ ਉਹ ਅਭਿਸ਼ੇਕ ਨਹੀਂ ਹੁੰਦਾ, ਕਿਉਂਕਿ ਇੱਕ ਅਭਿਸ਼ੇਕ ਦਾ ਇੱਕ ਦਾਇਰਾ ਹੁੰਦਾ। ਹਾਲੇਲੂਇਆ। ਜੇ ਅਸੀਂ ਇੱਥੇ ਬੈਠ ਕੇ ਚਰਨਾਂ 'ਚ ਬੈਠ ਕੇ ਅਤੀ ਪਵਿੱਤਰ ਸਥਾਨ ਦੇ ਵਿਸ਼ੇ ਨੂੰ ਸਿੱਖਾਂਗੇ ਨਾ ਤੇ ਉਹਦੇ 'ਚ ਹੋਰ ਅਭਿਸ਼ੇਕ ਸਾਨੂੰ ਮਿਲੂਗਾ। ਹਾਲੇਲੂਇਆ। ਇਸ ਲਈ ਬਾਕੀ ਸਾਰੇ ਭੈਣ ਭਰਾਵਾਂ ਨੂੰ ਵੀ ਦੱਸਦਾ, ਆਪਾਂ ਹਜ਼ੂਰੀ ਵਿੱਚ ਬੈਠ ਕੇ ਸਿੱਖੀਏ, ਕਿਉਂਕਿ ਇਹਦੇ ਲਈ ਸਾਨੂੰ ਆਰਾਧਨਾ ਦੀ ਬਹੁਤ ਲੋੜ ਹੈ। ਕਿਉਂਕਿ ਇਹਦੇ ਵਿੱਚ ਜਦੋਂ ਜਾ ਰਿਹਾ ਨਾ, ਸਾਲ ਵਿੱਚ ਇੱਕ ਵਾਰੀ ਮਹਾਜਾਜਕ, ਤੇ ਉਹ ਆਪਣੇ ਦੋਸ਼ ਦਾ ਵੀ ਲਹੂ ਲੈ ਕੇ ਜਾ ਰਿਹਾ, ਆਪਣੇ ਘਰਾਣੇ ਦਾ ਵੀ ਤੇ ਆਪਣੇ ਕੌਮ ਦਾ ਵੀ। ਔਰ ਬਾਹਰ ਉਹ ਸਾਰੇ ਖੜੇ ਆ, ਤੰਬੂ ਤੋਂ ਬਾਹਰ ਕੌਣ ਆ? ਉਹ ਪੂਰੀ ਦੁਨੀਆ ਖੜੀ ਆ ਕਿ ਅੰਦਰ ਕੋਈ ਗਿਆ ਆ ਸਾਡੀ ਪਾਪਾਂ ਦੇ ਲਈ। ਹਾਲੇਲੂਇਆ, ਹਾਲੇਲੂਇਆ। ਤੇ ਉਹ ਜਦੋਂ ਹੁਣ ਗਿਆ ਆ ਸਾਡੇ ਪਾਪਾਂ ਦੇ ਲਈ, ਉਹ ਜਾਂਦਾ ਬੰਦਾ ਇੱਕ ਸਾਲ ਦੇ ਵਿੱਚ ਇੱਕੋ ਵਾਰੀ ਜਾਂਦਾ ਹੈ। ਇਸ ਗੱਲ ਨੂੰ ਕੀ ਰੱਖਣਾ ਆ? ਧਿਆਨ ਰੱਖਣਾ। ਸਾਰੇ ਬਾਹਰ ਕੀ ਕਰ ਰਹੇ ਆ? ਆਰਾਧਨਾ ਕਰ ਰਹੇ ਆ। ਉਹ ਵੀ ਆਪਣੇ ਆਪ 'ਚ ਡਰਦਾ ਤੇ ਕੰਬਦਾ ਹੋਇਆ ਪੂਰੀ ਤਰ੍ਹਾਂ ਆਪਣੇ ਜਾਂਚ ਕੇ ਅਗਲਾ ਕਦਮ ਚੱਕ ਰਿਹਾ ਆ। ਤੇ ਉਹਦੇ ਹੱਥ ਵਿੱਚ ਕੀ ਆ ਭਲਾ? ਧੂਫ ਦੀ ਬੇਦੀ ਆ। ਤੇ ਹੱਥ ਵਿੱਚ ਕੀ ਆ? ਲਹੂ ਆ। ਧੂਫ ਦੀ ਬੇਦੀ ਆ ਔਰ ਲਹੂ ਆ ਬਾਟੀ ਦੇ ਵਿੱਚ। ਹਾਲੇਲੂਇਆ। ਤੇ ਉਹ ਬੜਾ ਇੱਕ ਖਤਰਨਾਕ ਸਿਸਟਮ ਆ। ਸੋ ਜੇਕਰ ਆਪਾਂ ਡਰਦੇ ਕੰਬਦੇ ਤੇ ਆਰਾਧਨਾ ਕਰਦੇ ਹੋਏ ਇਸ ਵਿਸ਼ੇ ਨੂੰ ਸਿੱਖਾਂਗੇ, ਤਾਜ਼ਾ ਮੱਸਾ ਪਾਵਾਂਗੇ। ਹੋ ਸਕਦਾ ਜਿਹੜੀਆਂ ਕਮੀਆਂ ਤੇ ਹਜੇ ਤੱਕ ਜੈ ਨਹੀਂ ਪਾਈ ਗਈ, ਉਹਦੇ ਤੇ ਜੈ ਪਾਉਣ ਦਾ ਬਲ ਸਾਨੂੰ ਮਿਲ ਜਾਏ। ਇਸ ਲਈ ਜ਼ਿੰਮੇਵਾਰੀ ਦੇ ਨਾਲ ਔਰ ਪਰਸਨਲ ਜਦੋਂ ਪ੍ਰਾਰਥਨਾ ਕਰਦੇ, ਇਸ ਵਿਸ਼ੇ ਲਈ ਵੀ ਤੁਸੀਂ ਪ੍ਰਾਰਥਨਾ ਕਰਨੇ। ਖੁਦਾਵੰਦ ਸਾਨੂੰ ਜਿਹੜਾ ਚਰਵਾਹਾ ਦਿੱਤਾ, ਦਾਸ ਦਿੱਤਾ, ਉਹਦੀ ਬੁੱਧ ਨੂੰ ਪੂਰੀ ਤਰ੍ਹਾਂ ਖੋਲ ਦੇਣਾ, ਤਾਂ ਕਿ ਸਹੀ ਅਨੁਵਾਦ ਕਰਕੇ ਸਹੀ ਤਰੀਕੇ ਨਾਲ ਜੋ ਸੱਚਾਈ ਆ ਉਹ ਸਾਡੇ ਤੱਕ ਪਹੁੰਚਾ ਸਕੇ। ਹਾਲੇਲੂਇਆ। ਔਰ ਇਹਦੇ 'ਚ ਇੱਥੇ ਆ ਕੇ ਵੀ ਸਾਨੂੰ ਥੋੜਾ ਸਮਾਂ ਆਰਾਧਨਾ 'ਚ ਬਿਤਾਉਣਾ ਪੈਣਾ ਆ। ਇਹ ਉੱਦਾਂ ਹੀ ਸੁਣਾਇਆ ਜਾਣ ਵਾਲਾ ਵਿਸ਼ਾ ਹੈ ਨਹੀਂਗਾ, ਕਿਉਂਕਿ ਪਵਿੱਤਰ ਸਥਾਨ ਦੇ ਵਿੱਚ ਜਿਹੜਾ ਪ੍ਰਕਾਸ਼ ਹੈ, ਦੁਨੀਆ ਦਾ ਪ੍ਰਕਾਸ਼ ਹੈ। ਦੁਨੀਆ ਵੱਲੋਂ ਜਲਾਇਆ ਗਿਆ ਧੂਫ ਆ, ਤੇ ਦੁਨੀਆ ਵੱਲੋਂ ਜਲਾਏ ਗਏ ਛਮਾਦਾਨ ਦਾ ਮਟੀਰੀਅਲ ਹੈ। ਉਹਦੇ 'ਚ ਦੁਨੀਆ ਵੱਲੋਂ ਉਹ ਜਗਾਇਆ ਗਿਆ ਹੈ। ਹਾਲੇਲੂਇਆ। ਪਰ ਇੱਥੇ ਹੁਣ ਕਿੱਧਰੋਂ ਜਗਣਾ ਹੈ? ਜਿਹੜਾ ਅੰਦਰਲਾ ਪ੍ਰਕਾਸ਼ ਹੈ ਉਹ ਪਰਮੇਸ਼ਰ ਵੱਲੋਂ ਡਾਇਰੈਕਟ ਆ। ਇੱਥੇ ਆ ਜਿਹੜੀ ਮੇਰੀ ਆਤਮਾ ਦਾ ਸੰਪਰਕ ਪਰਮੇਸ਼ਰ ਦੀ ਆਤਮਾ ਨਾਲ ਹੋਣਾ ਆ, ਤੇ ਇੱਕ ਅਲੌਕਿਕ ਪ੍ਰਕਾਸ਼ ਨਿਕਲਣਾ ਆ, ਜਿਹਦੇ ਵਿੱਚ ਮਨੁੱਖਾਂ ਦਾ ਕੋਈ ਹੱਥ ਹੈ ਨਹੀਂ। ਉਹਦੇ ਲਈ ਸਾਨੂੰ ਗੰਭੀਰ ਹੋ ਕੇ ਇਹਨੂੰ ਸਿੱਖਣਾ ਪੈਣਾ, ਔਰ ਸਿੱਖਦੇ ਮਨ ਵਿੱਚ ਪ੍ਰਭੂ ਯਿਸੂ ਤੇਰੇ ਲਹੂ ਦੀ ਜੈ ਕਹਿੰਦੇ ਹੋਏ ਸਿੱਖਣਾ। ਹਾਲੇਲੂਇਆ, ਹਾਲੇਲੂਇਆ। ਭਾਈ ਵਿੰਸੈਂਟ ਕੇ ਘਰ ਵੀ ਕੱਲ ਬੰਦਗੀ ਹੋਈ, ਕਾਫੀ ਲੋਕ ਆਏ, ਨਵੇਂ ਲੋਕ ਆਏ, ਔਰ ਸਾਰਿਆਂ ਨੇ ਵਚਨ ਨੂੰ ਬੜਾ ਧਿਆਨ ਨਾਲ ਸੁਣਿਆ। ਔਰ ਹੁਣ ਆਪਣਾ ਸਾਰਿਆਂ ਦਾ ਫਰਜ਼ ਬਣਦਾ ਉਹਨਾਂ ਲਈ ਕੀ ਕਰੀਏ? ਪ੍ਰਾਰਥਨਾ, ਤਾਂ ਕਿ ਉਹ ਲੋਕ ਕੀ ਹੋ ਜਾਣ, ਉਹ ਵੀ ਨਿਕਲ ਆਉਣ ਤੇ ਇੱਥੇ ਆ ਕੇ ਕੀ ਕਰਨ? ਹਾਲੇਲੂਇਆ। ਹੁਣ ਆਪਾਂ ਨੂੰ ਇੱਥੇ ਕੀ ਚਾਹੀਦਾ? ਉਹ ਸਿੱਖਣ ਵਾਲੇ ਭੈਣ ਭਰਾ ਚਾਹੀਦੇ ਆ, ਚੁਣਵੇਂ ਭੈਣ ਭਰਾ, ਕਿ ਇਹ ਘਰ ਕਮਰੇ ਵੀ ਕੀ ਹੋ ਜਾ ਕਰਨ ਰੋਜ਼ ਸ਼ਾਮ ਨੂੰ। ਹਾਲੇਲੂਇਆ। ਸਾਰੇ ਪਾਸੋਂ ਪ੍ਰਾਰਥਨਾ ਦੀ ਵੀ ਸਪੋਰਟ ਹੋਵੇ, ਸਿੱਖਣ ਦੀ ਭੁੱਖ ਹੋਵੇ, ਤੇ ਖੁਦਾ ਦਾ ਜਲਾਲ ਆਪਣੇ ਆਪ ਹੀ ਉਤਰੂਗਾ। ਹਾਲੇਲੂਇਆ, ਹਾਲੇਲੂਇਆ। ਸੋ ਦੇਖ ਲਓ ਤੇ ਵਿੰਸੈਂਟ ਕੇ ਘਰ ਜਗ੍ਹਾ ਵੀ ਬੈਠਣ ਲਈ ਕੀ ਹੋ ਗਈ ਸੀ ਭਲਾ? ਥੋੜੀ ਪੈ ਗਈ। ਹਾਲੇਲੂਇਆ। ਕਿੰਨੀਆਂ ਥਾਵਾਂ ਤੇ ਇੰਤਜ਼ਾਮ ਕੀਤਾ ਗਿਆ, ਖਾਣੇ ਦਾ ਇੰਤਜ਼ਾਮ ਕੀਤੇ ਆ, ਜੁੱਤੀਆਂ ਰੱਖਣ ਦਾ ਇੰਤਜ਼ਾਮ ਕੀਤੇ ਆ, ਭੈਣ ਭਰਾਵਾਂ ਨੂੰ ਬਿਠਾਉਣ ਦਾ ਇੰਤਜ਼ਾਮ ਕੀਤੇ ਆ। ਹਾਲੇਲੂਇਆ, ਹਾਲੇਲੂਇਆ। ਸੋ ਇਸੇ ਤਰ੍ਹਾਂ ਵਚਨ 'ਚ ਲਿਖਿਆ, ਯਿਸੂ ਜਿੱਧਰ ਜਾਂਦਾ ਸੀ ਉਹ ਘਰ ਕੀ ਕਰ ਜਾਂਦੇ ਸੀ?
घर भर जाते सी लोगों के नाल। हालेलुया। ते कई बार एक बार तो रोगी नूं उन्हां नूं कित्थों दी पहुँचाउणा पिया, पब्लिक इंनी सी लियाना मुश्किल हो गया, वो पिछों दी कर करा के कोठे ते चढ़े तो उत्थों थल्ले नूं उहनूं भराया। हालेलुया। सो आ जाओ चलते हैं आपां इफिसियों 2:18 में। क्योंकि उसी के द्वारा हाँ। हम दोनों की एक आत्मा में पिता के पास शेयर पहुंच कर दो होती पुत्र है। नाल शेयर कर। हाँ जी दोबारा। क्योंकि उसी के द्वारा हम दोनों की एक आत्मा में पिता के पास पहुंच होती है। उसे दे द्वारा साडी दोनां दी इक्को आत्मा विच परमेश्वर तक पहुंच हुंदी है। साडी दोनां दी किहनां दी भी मेरी ते यीशु मसीह पवित्र आत्मा। नहीं यीशु मसीह दे राहीं तो हुंदी आ। मेरी ते साडी दोनां दी असीं दो कौन हो गए? यहूदी ते गैर कौम। हालेलुया। क्योंकि इत्थे हुण ढोई किहनां नूं आ? पहलां गैर कौम यहूदियां लई सी। हालेलुया। पर बाद विच खुदा ने किहनां नूं मौका दे दित्ता हुण? गैर कौमां नूं भी। साडी दोनां दी ढोई जिहड़ी आ किहदे द्वारा हुंदी आ? यीशु मसीह दे द्वारा। हालेलुया। ਇਹਦਾ मतलब ਇਹ ਜਿਹੜਾ पर्दा ਪਾੜ ਦਿੱਤਾ ਗਿਆ ਆ, ਖੋਲ ਦਿੱਤਾ ਗਿਆ ਆ, ਇਹਦੇ ਵਿੱਚ ਹੁਣ ਇਕੱਲਾ ਯਹੂਦੀਆਂ ਲਈ ਨਹੀਂ ਖੋਲਿਆ ਗਿਆ। ਕਿਹਨਾਂ ਲਈ ਆ? अन्य जाति के लिए। ਗੈਰ ਕੌਮਾਂ ਲਈ ਵੀ ਆ। ਹਾਲੇਲੂਇਆ। ਸੋ ਇਹਦੇ ਚ ਸਾਰਿਆਂ ਨੂੰ ਹੱਕ ਕਿੱਦਾਂ ਦਾ ਮਿਲ ਗਿਆ? ਹੁਣ ਬਰਾਬਰ ਮਿਲ ਗਿਆ। ਸਾਰੇ ਉਹਦੇ ਧੀਆਂ ਪੁੱਤਰਾਂ ਚ ਕੀ ਹੋ ਗਏ ਆ? ਸ਼ਾਮਲ ਹੋ ਗਏ। ਸਾਰੇ ਉਹਦੇ ਘਰਾਣੇ ਦੇ ਲੋਕ ਬਣ ਗਏ ਆ। ਹਾਲੇਲੂਇਆ। हालेलुया। सो लिखो हो गया जी 18 है पूरी। साडी पहुंच एक आत्मा द्वारा, क्योंकि उसी आत्मा विच यहूदियां नूं परो दिता, उसे आत्मा च किहनूं परो दिता है? गैर कौमां नूं भी। वो आत्मा धागा बन गया इन्हां सारे मोतियां लई, गैर कौमां दे भी और यहूदियां दे भी। ਪਹਿਲਾਂ ਯਹੂਦੀਆਂ ਨੂੰ ਆਪਣਾ ਮੋਤੀ ਉਹਨੇ ਬਣਾਇਆ ਸੀਗਾ ਕੀਮਤੀ। ਹਾਲੇਲੂਇਆ। ਹੁਣ ਕਿਹਨਾਂ ਨੂੰ ਬਣਾ ਲਿਆ ਆ? ਗੈਰ ਕੌਮਾਂ ਨੂੰ ਵੀ ਬਣਾ ਲਿਆ। ਇੱਕੋ ਹੀ ਆਤਮਾ ਚ ਸਾਰਿਆਂ ਨੂੰ ਕੀ ਕਰਤਾ ਆ? ਪਰੋ ਦਿੱਤਾ। ਹਾਲੇਲੂਇਆ। हालेलुया। ਸੋ ਸਾਡੀ ਪਹੁੰਚ ਇੱਕ ਆਤਮਾ ਦੁਆਰਾ ਪਿਤਾ ਤੱਕ ਹੋਈ। ਸੋ ਆਤਮਿਕ ਤੌਰ ਤੇ ਪਰਦਾ, ਸੋ ਆਤਮਿਕ ਤੌਰ ਤੇ ਪਰਦਾ ਤੰਬੂ ਵਿੱਚ ਸਾਡੀ ਉન્નਤੀ ਵਿੱਚ ਲਿਖਿਆ। ਸੋ ਆਤਮਿਕ ਤੌਰ ਤੇ ਪਰਦਾ ਤੰਬੂ ਵਿੱਚ ਸਾਡੀ ਉન્નਤੀ ਵਿੱਚ ਮਸੀਹ ਦੇ ਸਲੀਬ ਤੇ ਚੜਾਏ ਜਾਣ ਨੂੰ ਦਿਖਾਉਂਦਾ ਹੈ। ਮੈਂ ਇਸ ਗੱਲ ਨੂੰ ਸਮਝਾ ਦਿੰਦਾ, ਪਹਿਲਾਂ ਲਿਖ ਲਓ। ਸੋ ਆਤਮਿਕ ਤੌਰ ਤੇ ਪਰਦਾ ਤੰਬੂ ਵਿੱਚ ਸਾਡੀ ਉન્નਤੀ ਵਿੱਚ ਮਸੀਹ ਦੇ ਕਰੂਸ ਤੇ ਜਾਂ ਸਲੀਬ ਤੇ ਚੜਾਏ ਜਾਣ ਨੂੰ ਦਿਖਾਉਂਦਾ ਆ। ਇਹ ਜਿਹੜਾ ਪਰਦਾ ਆ ਆਤਮਿਕ ਤੌਰ ਤੇ ਕਿਹੜੀ ਚੀਜ਼ ਨੂੰ ਦਿਖਾਉਂਦਾ ਆ? ਤੰਬੂ ਵਿੱਚ ਸਾਡੀ ਕੀ ਆ? ਉન્નਤੀ। ਪਹਿਲਾਂ ਅਸੀਂ ਕਿੱਥੋਂ ਦੀ ਬਣੇ ਆ? ਮਿਲਾਪ ਦੇ ਤੰਬੂ ਦੇ ਵਿੱਚ ਆਂਗਨ ਵਾਲੇ ਦੀਵਾਰ ਥਾਣੀ, ਆਪਣੇ ਦਰਵਾਜ਼ੇ ਥਾਣੀ। ਹਾਲੇਲੂਇਆ। ਕਿਉਂਕਿ ਇਹ ਅੱਜ ਬਹੁਤ ਸਟੈਪ ਆ ਨਾ ਲੋਕਾਂ ਦੇ ਵਿੱਚ। ਕਈ ਲੋਕ ਅਜੇ ਮਿਲੀ ਜੁਲੀ ਭੀੜ 'ਚ ਹੀ ਆ। ਕਈ ਲੋਕ ਇਸਰਾਇਲ 'ਚ ਸ਼ਾਮਲ ਹੋ ਚੁੱਕੇ ਆ। ਹਾਲੇਲੂਇਆ। ਤੇ ਕਈ ਲੋਕ ਕਿੱਥੋਂ ਤੱਕ ਆ ਗਏ ਆ? ਲੇਵੀਆਂ ਤੱਕ ਆ ਗਏ ਆ। ਤੇ ਫਿਰ ਕਈ ਲੋਕ ਕਿੱਥੋਂ ਤੱਕ ਆ ਗਏ ਆ? ਜਾਜਕਾਂ ਤੱਕ ਆ ਗਏ ਆ। ਹਾਲੇਲੂਇਆ। ਸੋ ਇਹ ਸਟੈਪ ਬਾਈ ਸਟੈਪ ਆ ਨਾ। ਇੱਕ ਇਨਸਾਨ ਜਦੋਂ ਉਸ ਤੰਬੂ ਵੱਲ ਨੂੰ ਵੱਧਦਾ ਆ ਤੇ ਖੁਦਾ ਆਪਣੇ ਉਸ ਚੁਣੇ ਹੋਏ ਘਰਾਣੇ ਦੇ ਵਿੱਚੋਂ ਦੀ ਹੀ ਉਹਨੂੰ ਉਹ ਰੰਗ ਚੜਾ ਕੇ ਉਹਨੂੰ ਅੰਦਰ ਲੈ ਕੇ ਜਾਂਦਾ ਹੈ। ਸੋ ਦਰਵਾਜ਼ੇ ਕੋਲ ਆ ਗਏ ਹਨਾ। ਸੋ ਸੁਣ ਲਓ ਪਹਿਲਾਂ ਗੱਲ ਨੂੰ। ਇਹ ਮਸੀਹ ਦੇ ਨਾਲ ਇੱਕ ਸੋ ਆਤਮਿਕ ਤੌਰ ਤੇ ਪਰਦਾ ਤੰਬੂ ਵਿੱਚ ਸਾਡੀ ਉન્નਤੀ ਵਿੱਚ ਮਸੀਹ ਦੇ ਸਲੀਬ ਤੇ ਚੜਾਏ ਜਾਣ ਨੂੰ ਦਿਖਾਉਂਦਾ ਹੈ। ਯਾਨੀ ਕਿ ਤੰਬੂ ਵਿੱਚ ਸਾਡੀ ਇੱਕ ਉન્નਤੀ ਵੀ ਹੋਣੀ ਨਾ। ਕੁਛ ਰਹਿ ਜਾਂਦੇ ਨਾ ਦਰਵਾਜ਼ੇ ਤੱਕ। ਦਰਵਾਜ਼ੇ 'ਚ ਦੇਖ ਕੇ ਤੇ ਜਦੋਂ ਝਾਤੀ ਜਿਹੀ ਅੰਦਰ ਨੂੰ ਮਾਰਦੇ ਆ ਵੀ ਆਹ ਤਾਂ ਪ੍ਰੋਗਰਾਮ ਕੀ ਆ ਭਲਾ। ਦਰਵਾਜ਼ਾ ਦੱਸਦਾ ਵੀ ਆਉਣਾ ਆ ਤੇ ਜਗਵੇਦੀ ਤੇ ਕੀ ਆਉਣਾ ਪੈਣਾ ਬਈ? ਹੈਨਾ। ਯਿਸੂ ਕਹਿੰਦਾ ਇਹ ਥੋੜੀ ਕਹਿੰਦਾ ਦਰਵਾਜ਼ਾ ਮੈਂ ਆ। ਕਹਿੰਦਾ ਆਓ
ਤੇ ਜਗਵੇਦੀ ਤੇ ਕੀ ਹੋ ਜਾਓ। ਹਾਲੇਲੂਇਆ। ਆਪਣੇ ਪਾਪ ਲਈ ਕੀ ਹੋ ਜਾਓ, ਮਰ ਜਾਓ। ਤੇ ਜੇਕਰ ਮਰ ਗਏ ਆ ਤੇ ਇੱਥੇ ਸਟੈਪ ਨਹੀਂ ਖਤਮ ਹੋਣਾ। ਇਹ ਮਰੇ ਹੋਏ ਨੂੰ ਹੌਦੀ ਦੇ ਵਿੱਚ ਕੀ ਕਰ ਦਿਓ, ਦਫਨ ਕਰ ਦਿਓ। ਬਪਤਿਸਮੇ ਦੇ ਦੁਆਰਾ ਕੀ ਕਰ ਦਿਓ, ਦਫਨ ਕਰ ਦਿਓ। ਸੋ ਇਹ ਹੌਲੀ ਹੌਲੀ ਇੱਕ ਇਨਸਾਨ ਦੀ ਕੀ ਹੁੰਦੀ ਜਾਂਦੀ ਹੈ, ਤਰੱਕੀ ਹੁੰਦੀ ਜਾਂਦੀ ਹੈ ਤੰਬੂ ਦੇ ਵਿੱਚ। ਆਪਾਂ ਆਪਣੇ ਜੀਵਨ 'ਚ ਦੇਖੀਏ ਤੇ ਤੰਬੂ ਵਿੱਚ ਆਪਣੀ ਤਰੱਕੀ ਹੈਗੀ, ਕਾਰੋਬਾਰ 'ਚ ਹੋਣੀ ਮੇਰੇ ਖਿਆਲ ਹਨਾ, ਜਾਂ ਚੁਗਲੀਆਂ ਨਿੰਦਿਆਂ ਜਾਂ ਹੋਰ ਫਲਾਨੀਆਂ ਚੀਜ਼ਾਂ ਦੇ ਵਿੱਚ ਆਪਣੀ ਤਰੱਕੀ ਹੋਣੀ ਹੈ। ਜੇ ਤੰਬੂ ਵਿੱਚ ਆਪਾਂ ਦੇਖੀਏ ਤੇ ਹਜੇ ਤੱਕ ਦਰਵਾਜ਼ੇ ਦੇ ਵਿੱਚੋਂ ਦੀ ਝਾਤੀਆਂ ਮਾਰਨ ਵਾਲਿਆਂ 'ਚੋਂ ਹੀ ਅਸੀਂ ਹਾਂ। ਹਾਲੇਲੂਇਆ। ਤੋ ਸਾਨੂੰ ਕੀ ਆ, ਅਗਰ ਸੱਚਾ ਉਪਦੇਸ਼ ਅਸੀਂ ਕਬੂਲ ਕੀਤਾ, ਸੱਚੀ ਸਾਡੀ ਤੌਬਾ ਹੋਈ ਹੈ, ਸੱਚਾ ਬਪਤਿਸਮਾ ਹੋਇਆ ਆ, ਤੇ ਸਾਡੀ ਮਸੀਹ ਵਿੱਚ ਕੀ ਹੋਈ ਆ, ਤਰੱਕੀ ਹੋਈ ਆ। ਇਹ ਤਰੱਕੀ ਕਰਦੇ ਕਰਦੇ ਸਾਨੂੰ ਕਿੱਥੋਂ ਤੱਕ ਬਣਨਾ ਪੈਣਾ ਹੈ, ਪਵਿੱਤਰ ਸਥਾਨ ਦੇ ਵਿੱਚ। ਤੇ ਪਵਿੱਤਰ ਸਥਾਨ ਚੋਂ ਫਿਰ ਕਿੱਥੇ ਜਾਣਾ ਹੈ, ਅਤੀ ਪਵਿੱਤਰ ਸਥਾਨ ਦੇ ਵਿੱਚ। ਹਾਲੇਲੂਇਆ। ਸੋ ਇਹ ਪਰਦਾ ਇਸੇ ਤਰੀਕੇ ਨਾਲ ਸਾਡੀ ਇੱਕ ਤਰੱਕੀ ਦਿਖਾਉਂਦਾ ਆ। ਮਹਾਜਾਜਕ ਵੀ ਕਿੱਥੋਂ ਆ, ਸੰਸਾਰ ਵਿੱਚੋਂ ਹੀ ਆ ਨਾ। ਜਿਹੜਾ ਉਸ ਟਾਈਮ ਦਾ ਮਹਾਜਾਜਕ ਕਿੱਥੋਂ ਤੱਕ ਦਿਖਾਉਂਦੇ ਆ, ਸੰਸਾਰ ਦੇ ਵਿੱਚੋਂ ਹੀ ਆ। ਪਰ ਹੁਣ ਸਾਡੇ ਲਈ ਕੀ ਕਰ ਗਿਆ, ਸਾਨੂੰ ਸਾਰਿਆਂ ਜਾਜਕਾਂ ਦਾ ਸਮਾਜ ਬਣਾ ਦਿੱਤਾ ਤੇ ਯਿਸੂ ਮਹਾਜਾਜਕ ਦੇ ਤੌਰ ਤੇ ਕੀ ਹੋ ਗਿਆ ਹੈ, ਪ੍ਰਵੇਸ਼ ਕਰ ਚੁੱਕਾ ਆ। ਤੇ ਹੁਣ ਕਹਿੰਦਾ ਵੀ ਹੁਣ ਤੁਸੀਂ ਇਹ ਨਾ ਸਮਝੋ ਕਿ ਤੁਹਾਨੂੰ ਮਹਾਜਾਜਕ ਦੀ ਉਪਾਧੀ ਦੀ ਲੋੜ ਆ, ਉਹ ਮੈਂ ਪੂਰਾ ਕਰਤਾ ਆ। ਤੁਸੀਂ ਹੁਣ ਜਾਜਕ ਵੀ ਇੱਥੇ ਕੀ ਕਰ ਸਕਦੇ ਆ, ਪਹੁੰਚ ਸਕਦੇ ਆ। ਹਾਲੇਲੂਇਆ। ਹੁਣ ਹਰੇਕ ਪਹੁੰਚ ਸਕਦਾ, ਪਰ ਉਹਦੇ ਲਈ ਕੀ ਆ, ਦਰਵਾਜ਼ੇ ਵਿੱਚੋਂ ਪ੍ਰਵੇਸ਼ ਕਰਕੇ, ਜਗਵੇਦੀ ਤੇ ਤੌਬਾ ਕਰਕੇ, ਮਾਰ ਕੇ ਆਪਣੇ ਆਪ ਨੂੰ ਔਰ ਦਫਨ ਕਰਕੇ ਹੌਦੀ 'ਚ, ਔਰ ਉਸ ਤੋਂ ਬਾਅਦ ਫਿਰ ਅੱਗੇ ਅਸੀਂ ਪਵਿੱਤਰ ਸਥਾਨ ਦੇ 3 ਹਿੱਸਿਆਂ ਦਾ ਜਿਹੜਾ ਆਸ਼ੀਸ਼ ਪਾ ਕੇ ਫਿਰ ਅਗਲੇ ਹਿੱਸੇ ਵਿੱਚ ਅਸੀਂ ਪ੍ਰਵੇਸ਼ ਕਰ ਸਕਦੇ ਹਾਂ। ਹਾਲੇਲੂਇਆ। ਹਾਲੇਲੂਇਆ। ਆਓ, ਇਹ ਮਸੀਹ ਦੇ ਨਾਲ ਇੱਕ ਆਤਮਿਕ ਅਨੁਭਵ, ਇਹ ਮਸੀਹ ਦੇ ਨਾਲ ਇੱਕ ਆਤਮਿਕ ਅਨੁਭਵ ਜਿਸ ਵਿੱਚ ਅਸੀਂ ਆਪਣੇ ਪੁਰਾਣੇ ਮਨੁੱਖਤਵ ਨੂੰ ਇਹ ਮਸੀਹ ਦੇ ਨਾਲ ਇੱਕ ਆਤਮਿਕ ਅਨੁਭਵ ਵਿੱਚ, ਜਿਸ ਵਿੱਚ ਯਾਨੀ ਕਿ ਇਹ ਮਸੀਹ ਦੇ ਨਾਲ ਸਾਡਾ ਕੀ ਇੱਕ ਆਤਮਿਕ ਅਨੁਭਵ ਹੈਗਾ, ਜਿਸ ਵਿੱਚ ਅਸੀਂ ਆਪਣੇ ਪੁਰਾਣੇ ਮਨੁੱਖਤਵ ਨੂੰ, ਸਾਡੀਆਂ ਅਭਿਲਾਸ਼ਾਵਾਂ ਨੂੰ, ਸਾਡੀ ਇੱਛਾ ਨੂੰ, ਅਤੇ ਸਾਡੀ ਪਾਪਮਈ ਆਦਤਾਂ ਲਈ ਮਰ ਜਾਂਦੇ ਹਾਂ। ਹਾਲੇਲੂਇਆ। ਕਿਹੜੀ ਕਿਹੜੀ ਚੀਜ਼ ਲਈ, ਪੁਰਾਣੇ ਮਨੁੱਖਤਵ, ਲਾਲਸਾਵਾਂ ਔਰ ਇੱਛਾ ਔਰ ਪਾਪਮਈ ਆਦਤਾਂ ਤੋਂ ਕੀ ਹੋ ਜਾਂਦੇ, ਅਸੀਂ ਮਰ ਜਾਂਦੇ ਹਾਂ। ਮਸੀਹ ਦੇ ਨਾਲ ਸਮਝ ਲਓ ਅਸੀਂ, ਸਾਡਾ ਸਫ਼ਰ ਆ ਤੈਅ ਹੋ ਰਿਹਾ। ਇਹ ਪਰਦੇ ਤੱਕ ਆਉਣਾ ਸਮਝ ਲਓ ਸਾਡਾ ਸਫ਼ਰ ਕਿਹਦੇ ਨਾਲ ਚੱਲ ਰਿਹਾ ਆ, ਮਸੀਹ ਦੇ ਨਾਲ। ਇਸ ਪਰਦੇ ਤੱਕ ਆਉਂਦੇ ਆਉਂਦੇ ਕੀ ਕੁਝ ਹੋ ਜਾਂਦਾ ਆ, ਪੁਰਾਣਾ ਮਨੁੱਖਤਵ ਪੂਰੀ ਤਰ੍ਹਾਂ ਖਤਮ, ਪੁਰਾਣੀਆਂ ਅਭਿਲਾਸ਼ਾਵਾਂ ਖਤਮ, ਸਾਡੇ ਸਰੀਰ ਦੀ ਇੱਛਾ ਖਤਮ, ਔਰ ਸਾਡੇ ਪਾਪਮय ਜਿਹੜਾ ਪਾਪ ਦੇ ਵਿੱਚ ਮਿਲਿਆ ਪਿਆ ਜਿਹੜਾ ਸਾਡੀਆਂ ਆਦਤਾਂ ਆ, ਉਹ ਵੀ ਕੀ ਹੋ ਜਾਂਦੀਆਂ, ਮਰ ਜਾਂਦੀਆਂ ਆ। ਕਿਉਂਕਿ ਇੱਥੇ ਮਸੀਹ ਕੀ ਹੋਇਆ, ਇਸ ਪਰਦੇ ਤੇ ਕੀ ਹੋਇਆ, ਮਸੀਹ ਮਰ ਗਿਆ, ਸਾਡੇ ਉਧਾਰ ਦਾ ਕੰਮ ਪੂਰਾ ਕਰ ਗਿਆ। ਹਾਲੇਲੂਇਆ। ਸੋ ਇੱਥੇ ਆ ਕੇ, ਇਸ ਪਰਦੇ ਤੇ ਆ ਕੇ ਸਾਡੇ ਉਧਾਰ ਦਾ ਕੰਮ ਕੀ ਹੁੰਦਾ ਆ, ਪੂਰਾ ਹੁੰਦਾ। ਹਾਲੇਲੂਇਆ। ਆ ਜਾਓ ਰੋਮੀਓ 6:6। ਔਰ ਇਹ ਜੋ ਲਿਖ ਕੇ ਲਿਜਾਨੇ ਆ, ਇਹਨੂੰ ਚੰਗੀ ਤਰ੍ਹਾਂ ਪੜ੍ਹਨਾ, ਨੋਟਸ ਨੂੰ ਚੰਗੀ ਤਰ੍ਹਾਂ ਸਮਝਣਾ ਆ। ਜੇਕਰ ਕੋਈ ਸਵਾਲ ਵਿੱਚੋਂ ਉੱਠੇ, ਗੱਲ ਨਹੀਂ ਸਮਝ ਆਈ, ਉਸ ਸਵਾਲ ਨੂੰ ਤੁਹਾਡਾ ਰੋਜ਼ ਦਾ ਕੰਮ ਆ ਵੀ ਉਹ ਸਵਾਲ ਲਿਖ ਕੇ ਲਿਆਉਣਾ। ਜੇਕਰ ਸਮਝ ਨਹੀਂ ਆਇਆ ਤਾਂ, ਸਮਝ ਆਇਆ ਆ ਤਾਂ ਠੀਕ ਆ। ਇੱਥੇ ਨਹੀਂ ਨੋਟਸ ਵੱਲ ਧਿਆਨ ਦੇਣਾ, ਘਰ ਜਾ ਕੇ ਵੀ ਜ਼ਿੰਮੇਵਾਰੀ ਨਾਲ ਇਸ ਨੋਟਸ ਵੱਲ ਨੂੰ ਧਿਆਨ ਦੇਣਾ, ਕਿਉਂਕਿ ਮਾਮਲਾ ਅਤੀ ਪਵਿੱਤਰ ਸਥਾਨ ਦਾ ਆ ਤੇ ਸਾਡੀ ਜਾਨ ਦਾ ਆ।
हालेलुया। हालेलुया। आज हम जानते हैं कि हमारा पुराना मनुष्य उसके साथ क्रूस पर चढ़ाया गया ताकि पाप के शरीर व्यर्थ हो जाए पाप का शरीर व्यर्थ हो जाए, हाँ, और हम आगे से पाप के दास्तव में ना रहें। हाँ, पाप ਦੇ ਦਾਸਤਵ ਮੇਨ ਪਾਪ ਦੀ ਗੁਲਾਮੀ ਵਿੱਚ ਅਸੀਂ ਅੱਗੇ ਤੋਂ ਨਾ ਰਹੀਏ। ਹਾਲੇਲੂਇਆ। हालेलुया। ਆਓ ਇਸ ਵਚਨ ਨੂੰ ਫਿਰ ਦੁਬਾਰਾ ਆਪਾਂ ਇੱਕ ਇੱਕ ਸ਼ਬਦ ਨੂੰ ਪੜ੍ਹਦੇ ਹਾਂ, ਇਸੇ ਨੂੰ। हम जानते हैं कि ਹਾਂ, हमारा पुराना मनुष्य ਕੀ ਕਰਦੇ ਹਾਂ ਆਪਾਂ? ਅਸੀਂ ਜਾਣਦੇ ਹਾਂ ਕਿ ਸਾਡਾ ਪੁਰਾਣਾ ਮਨੁੱਖਤਵ ਜਿਹੜਾ ਆ, ਹਾਂ, उसके साथ क्रूस पर चढ़ाया गया ਹਾਂ, ਕਿਸ ਦੇ ਨਾਲ ਕਰੂਸ ਤੇ ਚੜਾਇਆ ਗਿਆ? प्रभु यीशु मसीह। ਯਿਸੂ ਮਸੀਹ ਦੇ ਨਾਲ। ਹਾਲੇਲੂਇਆ। ਸੋ ਇਹਦਾ ਮਤਲਬ ਆ ਜਦੋਂ ਅਸੀਂ ਯਿਸੂ ਤੇ ਵਿਸ਼ਵਾਸ ਕੀਤਾ ਆ, ਸੱਚੀ ਤੌਬਾ ਕੀਤੀ ਆ, ਤੇ ਸਾਡਾ ਜਿਹੜਾ ਸਰੀਰ ਆ ਉਹ ਕਿਹਦੇ ਨਾਲ ਸਲੀਬ ਤੇ ਚੜ ਗਿਆ ਹੋਇਆ ਆ? ਪ੍ਰਭੂ ਯਿਸੂ। ਪੁਰਾਣਾ ਮਨੁੱਖਤਵ ਕਿਹਦੇ ਨਾਲ ਚੜ ਗਿਆ ਆ? ਯਿਸੂ ਮਸੀਹ ਦੇ ਨਾਲ ਸਲੀਬ ਤੇ ਚੜਿਆ। ਹਾਂਜੀ, ताकि पाप के शरीर व्यर्थ हो जाए। ਹਾਂ, ਉਹ ਸਲੀਬ ਤੇ ਚੜ ਗਿਆ ਆ, ਮਤਲਬ ਪਾਪ ਦਾ ਸਰੀਰ ਕੀ ਹੋ ਜਾਏ? ਵਿਅਰਥ ਹੋ ਜਾਏ। ਦੂਸਰੇ ਸ਼ਬਦਾਂ ਵਿੱਚ ਇਹ ਜਿਹੜਾ ਪਵਿੱਤਰ ਸਥਾਨ ਤੇ ਅਤੀ ਪਵਿੱਤਰ ਸਥਾਨ ਦੇ ਵਿੱਚ ਪੜਦਾ ਆ, ਇਹ ਕੀ ਹੋ ਜਾਵੇ? ਵਿਅਰਥ ਹੋ ਜਾਏ। ਪਹਿਲਾਂ ਇਹਦਾ ਇੱਕ ਬੜਾ ਵੱਡਾ ਅਰਥ ਆ। ਕੋਈ ਅੰਦਰ ਜਾ ਸਕਦਾ ਨਹੀਂ, ਪਰ ਜਿਹਨੇ ਮਾਰ ਲਿਆ ਆਪਣੇ ਆਪ ਨੂੰ, ਉਹ ਕੀ ਕਰ ਸਕਦਾ ਹੈ? ਕਿਹਦੇ ਵਾਂਗੂ? प्रभु यीशु मसीह। ਯਿਸੂ ਮਸੀਹ ਨੂੰ। ਮਾਰਦੇ ਤਾਂ ਅੱਜ ਕੱਲ੍ਹ ਬਹੁਤ ਆ। ਅੱਜ ਕੱਲ੍ਹ ਕੁੜੀਆਂ ਮੁੰਡੇ ਆਪਣੇ ਆਪ ਨੂੰ ਮਾਰ ਲੈਂਦੇ, ਇੱਕ ਦੂਜੇ ਨੂੰ ਪਿਆਰ ਕਰਦੇ ਹੁੰਦੇ। ਜਦੋਂ ਉਹਨਾਂ ਦਾ ਵਿਆਹ ਹੋਣ ਦਾ ਪ੍ਰੋਗਰਾਮ ਨਹੀਂ ਹੁੰਦਾ ਤਾਂ ਉਹ ਗੱਡੀ ਥੱਲੇ ਆਪਣੇ ਆਪ ਨੂੰ ਦੇ ਦਿੰਦੇ। ਕੋਈ ਜ਼ਹਿਰ ਖਾ ਲੈਂਦਾ, ਕੋਈ ਫਾਹਾ ਲੈ ਲੈਂਦਾ, ਹਨਾ। ਹੋਰ ਵੀ ਘਰਾਂ ਦੇ ਕਲੇਸ਼ਾਂ ਦੇ ਕਰਕੇ ਮੌਤਾਂ ਹੋ ਰਹੀਆਂ। ਪਤੀ ਪਤਨੀ ਦੀ ਆਪਸ ਵਿੱਚ ਬਣਦੀ ਨਹੀਂ, ਮੌਤ ਹੋ ਜਾਂਦੀ, ਹਨਾ। ਬੱਚੇ ਦੁਖੀ ਕਰਦੇ, ਮੌਤ ਹੋ ਜਾਂਦੀ। ਹਾਲੇਲੂਇਆ। ਮਰਨਾ ਕਿਦਾਂ? पाप के। ਪਾਪ ਲਈ ਮਰਨਾ ਆ। ਹਾਲੇਲੂਇਆ। ਤੁਸੀਂ ਆਪਣੇ ਖੁਆਇਸ਼ ਲਈ, ਆਪਣੇ ਦੁੱਖ ਲਈ ਮਰ ਗਏ ਤੇ ਉਹ ਮਰੇ ਦਾ ਵੀ ਕੋਈ ਫਾਇਦਾ ਨਹੀਂ। ਪਾਪ ਲਈ ਮਰਿਆ ਹੋਇਆ ਇਨਸਾਨ ਇਹਦੇ ਵਿੱਚ ਕੀ ਹੋ ਸਕਦਾ ਆ? ਪ੍ਰਵੇਸ਼ ਕਰ ਸਕਦਾ ਜਲਾਲੀ ਮੁਕਾਮਾਂ ਦੇ ਵਿੱਚ। ਉਹਨੂੰ ਇੱਕ ਜਲਾਲੀ ਜਿਸਮ ਮਿਲ ਸਕਦਾ। ਹਾਲੇਲੂਇਆ। हालेलुया। ਕਿਉਂਕਿ ਜਿੱਦਾਂ ਮਹਾਜਾਜਕ ਨੂੰ ਵਸਤਰ ਮਿਲੇ ਆ ਨਾ, ਉਹਦੇ ਅੰਦਰ ਜਾਣ ਲਈ, ਤੇ ਉਹੋ ਹੀ ਵਸਤਰ ਕਿਹਦੇ ਤੇ ਲਾਗੂ ਹੋ ਜਾਂਦੇ ਆ? ਜਿਹੜਾ ਆਪਣੇ ਆਪ ਨੂੰ ਕੀ ਕਰ ਲੈਂਦਾ ਆ? ਪਾਪ। ਮਾਰ ਲੈਂਦਾ ਪਾਪ ਲਈ। ਉਹੋ ਹੀ ਵਸਤਰ ਆ ਜਿਹਦੀ ਟੋਪੀ ਦੇ ਉੱਤੇ ਇੱਕ ਲਿਖਿਆ ਹੋਇਆ ਹੈ, ਖੁਦਾ ਦੇ ਲਈ। हालेलुया। ਮਹਾਜਾਜਕ ਦੀ ਟੋਪੀ ਦੇ ਉੱਤੇ ਕੀ ਲਿਖਿਆ ਹੁੰਦਾ ਸੀਗਾ? ਖੁਦਾ ਖੁਦਾ ਦੇ ਲਈ। ਮਤਲਬ ਕਿ ਉਹਦੇ ਲਈ ਵੱਖਰਾ ਕੀਤਾ ਹੋਇਆ, ਇਹ ਸੰਸਾਰ ਦੇ ਲਈ ਨਹੀਂ। ਆਪਾਂ ਜਿੰਨੇ ਵੀ ਆਪਾਂ ਸੰਸਾਰ ਲਈ, ਪਰਿਵਾਰ ਲਈ ਆ, ਤੇ ਸਾਡੇ ਕੋਲ ਰੋਣੇ ਵੀ ਕਿਹਦੇ ਆ? ਸੰਸਾਰ ਦੇ ਤੇ ਪਰਿਵਾਰ ਦੇ। ਪਿਓ ਨਹੀਂ ਸੁਧਰਦਾ, ਮਾਂ ਨਹੀਂ ਸੁਧਰਦੀ, ਧੀ ਨਹੀਂ ਸੁਧਰਦਾ, ਪੁੱਤ ਨਹੀਂ ਸੁਧਰਦਾ, ਠੀਕ ਹੈ ਨਾ। ਉਹ ਸੂਟ ਮੰਗਦਾ, ਉਹ ਬੂਟ ਮੰਗਦਾ, ਫਲਾਨਾ ਹੁੰਦਾ, ਉਹ ਹੁੰਦਾ, ਉਹ ਹੁੰਦਾ। ਹਾਲੇਲੂਇਆ। हालेलुया। ਸੋ ਉਹਨਾਂ ਦੇ ਲਈ ਨਹੀਂ, ਉਹਦੇ ਜਿਹੜਾ ਆਪਣੇ ਆਪ ਨੂੰ ਖਤਮ ਕਰਦਾ, ਉਹਦੇ ਮੱਥੇ ਤੇ ਕੀ ਲਿਖਿਆ ਜਾਂਦਾ ਆ? ਇਹ ਕਿਹਦੇ ਲਈ ਆ? ਇਹ ਖੁਦਾ ਦੇ ਲਈ ਆ। ਖੁਦਾ ਦੇ ਲਈ ਆ, ਮਤਲਬ ਖੁਦਾ ਦਾ ਆ। हालेलुया। ਕਿਹਦਾ ਹੈ ਜੀ ਇਹ? खुदा। ਖੁਦਾ ਦਾ। ਹਾਲੇਲੂਇਆ। ਇਸ ਲਈ ਇਹ ਸੰਸਾਰ ਤੇ ਸਰੀਰ ਤੇ ਕੀ ਪਾਉਣੀ ਆ ਭਲਾ? ਜੈ ਪਾਉਣੀ। ਪਾਪ ਤੇ ਵੀ ਕੀ ਪਾਉਣੀ ਆ? ਜੈ ਪਾਉਣੀ ਆ। ਸ਼ੈਤਾਨ ਤੇ ਵੀ ਕੀ ਪਾਉਣੀ ਆ ਭਲਾ? ਜੈ ਪਾਉਣੀ ਆ। ਹਾਲੇਲੂਇਆ। ਸੋ ਆਓ ਠੀਕ ਹੈ, ਪੜੀ ਦੁਬਾਰਾ। ਵਿੱਚੋਂ ਕੁਛ ਨਾ ਕੁਛ ਨਿਕਲੀ ਆਉਣਾ। ਹਾਂਜੀ, ਵੀ ਸਮਾਨ ਪਿਆ ਨਾ ਕਿ ਨਹੀਂ। हम जानते हैं कि हमारा ਪਹਿਲੀ ਗੱਲ ਤਾਂ ਸਾਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਆ, ਪਰ ਬਹੁਤੇ ਅੱਜ ਕੱਲ ਜਾਣਦੇ ਨਹੀਂ ਕਿ ਸਾਡਾ ਪੁਰਾਣਾ ਮਨੁੱਖਤਵ ਕੀ ਹੋ ਗਿਆ ਭਲਾ? ਖਤਮ ਹੋ ਗਿਆ। ਸਲੀਬ ਤੇ ਯਿਸੂ ਦੇ ਨਾਲ ਸਲੀਬ ਤੇ ਚੜਾਇਆ ਗਿਆ ਆ। ਉਹ ਜਾਣਦੇ ਨਹੀਂ, ਕਿਉਂਕਿ ਸਲੀਬ ਸੰਸਾਰਕ ਗੱਲਾਂ ਉਹਨਾਂ ਦੇ ਪਰਿਵਾਰਾਂ ਵਿੱਚ, ਘਰਾਂ ਵਿੱਚ, ਜੀਵਨਾਂ ਦੇ ਵਿੱਚ ਉਹ ਪ੍ਰਭਾਵੀ ਰਹਿੰਦੀਆਂ, ਹਾਵੀ ਰਹਿੰਦੀਆਂ। इसलिए हम जानते हैं कि हमारा पुराना मनुष्य ਸਾਡਾ ਪੁਰਾਣਾ ਮਨੁੱਖਤਵ उसके साथ क्रूस पर चढ़ाया गया ਉਹਦੇ ਨਾਲ ਕਰੂਸ ਤੇ ਚੜਾਇਆ ਗਿਆ, ਯਾਨੀ ਕਿ ਯਿਸੂ ਦੇ ਨਾਲ ਸਲੀਬ ਤੇ ਚੜਾਇਆ ਗਿਆ, ताकि पाप का शरीर व्यर्थ हो जाए। ਪਾਪ ਦਾ ਸਰੀਰ ਕੀ ਹੋ ਜਾਵੇ ਭਲਾ? ਵਿਅਰਥ ਹੋ ਜਾਵੇ। ਪਾਪ ਦਾ ਸਰੀਰ
ਇਹਦਾ ਮਤਲਬ ਜਦੋਂ ਮੇਰਾ ਸਰੀਰ ਚੜਾ ਦਿੱਤਾ ਗਿਆ ਤੇ ਪਾਪ ਦਾ ਸਰੀਰ ਕੀ ਹੋ ਗਿਆ ਭਲਾ? ਵਿਅਰਥ ਹੋ ਗਿਆ। पाप ਲਈ ਮਰ ਗਿਆ। ਪਾਪ ਲਈ ਕੀ ਹੋ ਗਿਆ? ਮਰ ਗਿਆ। ਤੇ ਇਹ ਹੁਣ ਜਿਹੜਾ ਵਿਅਰਥ ਹੋ ਗਿਆ ਆ, ਜਿੱਦਾਂ ਇਹ ਵਿਅਰਥ ਹੋਇਆ ਆ, ਉਦਾਂ ਹੀ ਯਿਸੂ ਮਸੀਹ ਦੀ ਸਲੀਬ ਤੇ ਜਾਨ ਦੇਣਾ, ਉਹ ਪਰਦਾ ਵੀ ਕੀ ਹੋ ਗਿਆ ਸੀਗਾ? ਉਹਦਾ ਕੋਈ ਅਰਥ ਨਹੀਂ ਰਿਹਾ, ਉਹਦਾ ਹੁਣ ਕੋਈ ਮਤਲਬ ਰਿਹਾ ਨਹੀਂ। ਹਾਲੇਲੂਇਆ। ਇਸ ਲਈ ਯਰੂਸ਼ਲਮ ਦੇ ਵਿੱਚ ਇਸ ਟਾਈਮ ਮੰਦਿਰ ਵੀ ਰਿਹਾ ਨਹੀਂ, ਇੱਕ ਦੀਵਾਰ ਜਿਹੀ ਬਾਕੀ ਹੈ। ਕੋਈ ਪਰਦੇ ਦਾ ਉੱਥੇ ਕੋਈ ਸਿਸਟਮ ਹੈਗਾ? ਇੱਕ ਵਾਰੀ ਜਦੋਂ ਫਟ ਗਿਆ ਤੇ ਦੂਸਰੇ ਨੇ ਫਿਰ ਦੁਬਾਰਾ ਟੰਗਣ ਦੀ ਕੋਸ਼ਿਸ਼ ਕੀਤੀ ਨਹੀਂ, ਉਹਨੂੰ ਜੋੜਨ ਦੀ ਕੋਸ਼ਿਸ਼ ਕੀਤੀ। ਕਹਿੰਦਾ ਜਿਹਨੂੰ ਮੈਂ ਪਾੜਦਾ ਉਹਨੂੰ ਕੋਈ ਜੋੜ ਸਕਦਾ ਨਹੀਂ। ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ। ਇਸ ਲਈ ਉਹਨੂੰ ਹੁਣ ਜੋੜਨ ਦੀ ਲੋੜ ਵੀ ਨਹੀਂ। ਇਸ ਲਈ ਅਸੀਂ ਆਪਣੇ ਆਪ ਨੂੰ ਚੈੱਕ ਕਰੀਏ। ਹਾਲੇਲੂਇਆ। ਹਾਂ, और हम आगे से पाप के दास्तों में ना रहें। ਹੁਣ ਸਾਨੂੰ ਅੱਗੇ ਤੋਂ ਪਾਪ ਦੀ ਗੁਲਾਮੀ ਦੇ ਵਿੱਚ ਰਹਿਣ ਦੀ ਲੋੜ ਹੈ ਨਹੀਂ ਗੀ, ਜੇ ਅਸੀਂ ਆਪਣੇ ਆਪ ਨੂੰ ਉਸ ਤਰੀਕੇ ਨਾਲ ਲੈ ਕੇ ਚੱਲੀਏ ਕਿ ਮੈਂ ਤਾਂ ਪਾਪ ਲਈ ਕੀ ਹੋ ਗਿਆ? ਮਰ ਗਿਆ। ਕਿਉਂਕਿ ਪਾਪ ਦੇ ਜਿਹੜੇ ਕੰਮ ਆ, ਪਾਪ ਦੀਆਂ ਜਿਹੜੀਆਂ ਗੱਲਾਂ ਆ, ਉਹ ਸਾਨੂੰ ਕੀ ਕਰਦੀਆਂ? ਉਹਨਾਂ ਗੱਲਾਂ ਤੋਂ ਹੀ ਸਾਡਾ ਪਤਾ ਲੱਗਦਾ ਆ ਕਿ ਮੈਂ ਮਰਿਆ ਆ ਕਿ ਜਿੰਦਾ ਆ, ਹਨਾ? ਤੇ ਜੇ ਮਰ ਗਿਆ ਤੇ ਫਿਰ ਸਮਝ ਲਓ ਪਰਦਾ ਫਟਿਆ ਆ, ਤੇ ਜੇ ਪਰਦਾ ਫਟਿਆ ਆ ਤੇ ਸਮਝ ਲਓ ਫਿਰ ਤੇਰਾ ਪਿਤਾ ਦੇ ਨਾਲ ਕੀ ਆ? ਮੇਲ ਆ। ਹਾਲੇਲੂਇਆ। ਫਿਰ ਪਿਤਾ ਕਹਿੰਦਾ ਆ ਕਿ ਹੁਣ ਤੁਸੀਂ ਮੇਰੇ ਘਰਾਣੇ ਦੇ ਹੋ। ਹਾਲੇਲੂਇਆ। ਹਾਲੇਲੂਇਆ। ਕਿੱਥੇ ਦੇ ਹੋ? ਮੇਰੇ ਘਰਾਣੇ। ਘਰਾਣੇ ਦੇ ਹੋ। ਆ ਜਾਓ, ਲਿਖ ਲਓ। ਹੋ ਗਿਆ ਜੀ ਪੂਰਾ? ਹਾਂਜੀ। ਪੁਰਾਣੇ ਮਨੁੱਖਤਵ ਨੂੰ ਸਲੀਬ ਤੇ ਚੜਿਆ ਦੇਖਦੇ ਹਾਂ, ਜਿੱਦਾਂ ਯਿਸੂ ਮਸੀਹ ਨੂੰ ਉੱਤੇ ਸਲੀਬ ਤੇ ਚੜਿਆ ਦੇਖਦੇ ਆ ਨਾ। ਹੁਣ ਜਦੋਂ ਸਾਡੇ ਤੇ ਮਿਲਾਪ ਦਾ ਤੰਬੂ ਸਾਨੂੰ ਕਿਹਾ ਗਿਆ ਤੇ ਅਸੀਂ ਆਪਣੇ ਜੀਵਨ ਵਿੱਚ ਕੀ ਦੇਖਣਾ ਆ? ਪੁਰਾਣੇ ਮਨੁੱਖਤਵ ਨੂੰ ਕਿੱਥੇ ਦੇਖਣਾ ਬਈ? ਸਲੀਬ ਤੇ ਦੇਖਣਾ, ਚੜਿਆ ਹੋਇਆ। ਅੱਗੇ ਲਿਖੋ, ਪਰਮੇਸ਼ਰ ਦੀ ਮਹਿਮਾ ਦਾ ਅਨੁਭਵ ਕਰਨ ਲਈ ਸਾਡੇ ਪੁਰਾਣੇ ਸੁਭਾਅ ਦਾ ਸਲੀਬ ਤੇ ਚੜਾਉਣਾ ਜ਼ਰੂਰੀ ਹੈ। ਪਰਮੇਸ਼ਰ ਦੀ ਮਹਿਮਾ ਦਾ ਅਨੁਭਵ ਕਰਨ ਲਈ ਸਾਡੇ ਪੁਰਾਣੇ ਸੁਭਾਅ ਦਾ ਸਲੀਬ ਤੇ ਚੜਾਉਣਾ ਜ਼ਰੂਰੀ ਹੈ। ਕੀ ਕਰਨ ਲਈ ਵੀ? ਬੋਲੋ। ਮਹਿਮਾ ਦਾ ਅਨੁਭਵ ਕਰਨ ਦੇ ਲਈ। ਮਹਿਮਾ ਦੇ ਅਨੁਭਵ ਤੋਂ ਕੀ ਭਾਵ ਹੋਇਆ? ਜੇ ਉਸ ਤਜਰਬੇ ਦੇ ਵਿੱਚੋਂ ਦੀ ਗੁਜ਼ਰਨਾ ਆ ਕਿ ਮੈਂ ਤਾਂ ਖੁਦਾ ਦੀ ਮਹਿਮਾ ਦੇ ਵਿੱਚ ਆ, ਤੇ ਉਹਦੇ ਲਈ ਕੀ ਕਰਨਾ ਪੈਣਾ ਆ? ਪਾਪ ਲਈ ਮਰਨਾ ਪੈਣਾ। ਪਾਪ ਲਈ ਕੀ ਕਰਨਾ ਪੈਣਾ ਆ? ਮਰਨਾ ਪੈਣਾ ਆ। ਔਰ ਸਾਡੇ ਪੁਰਾਣੇ ਸੁਭਾਅ ਦਾ ਸਲੀਬ ਤੇ ਚੜਾਉਣਾ ਜ਼ਰੂਰੀ ਆ। ਹਾਲੇਲੂਇਆ। ਸੋ ਇਹ ਹੋ ਗਿਆ ਪਰਦਾ ਕੀ ਬੋਲਦਾ ਆ। ਔਰ ਹੁਣ ਅੱਗੇ ਮੋਟਾ ਕਰਕੇ ਲਿਖ ਲਓ, 4 ਖੰਭੇ ਜਿਨ੍ਹਾਂ ਤੇ ਟੰਗਿਆ ਸੀ। ਪਰਦਾ 4 ਖੰਭਿਆਂ ਤੇ ਟੰਗਿਆ ਸੀ। 4 ਖੰਭੇ ਮੋਟਾ ਕਰਕੇ ਲਿਖ ਲਓ। ਔਰ ਕੱਲ ਨੂੰ ਪ੍ਰਾਰਥਨਾ ਦੇ ਨਾਲ ਆਉਣਾ ਆ। ਪ੍ਰਭੂ ਚਾਹੂਗਾ ਕੱਲ ਸ਼ੁੱਕਰਵਾਰ ਹੈ ਨਾ? ਹਾਂ, ਇੱਥੇ ਹੀ ਆਪਾਂ ਹੁਣ ਤੁਹਾਡੇ ਕੋਲ ਹੀ ਆ। ਹਾਲੇਲੂਇਆ। ਸਿਰਫ ਸ਼ਨੀਵਾਰ ਅਸੀਂ ਇੱਥੋਂ ਗੈਰ ਹਾਜ਼ਰ ਹੋਣਾ, ਉੱਥੇ ਤਿਆਰੀ ਕਰਨੀ ਹੁੰਦੀ। ਐਤਵਾਰ ਨੂੰ ਫਿਰ ਸ਼ਾਮ ਨੂੰ ਜਿਹੜੀ ਐਤਵਾਰ ਦੀ ਆਪਣੀ ਕਲਾਸ ਸੀ ਚਾਲੂ ਆ, ਤੇ ਉਦੋਂ ਤੁਸੀਂ ਕਿਸੇ ਨੇ ਵੀ ਘਰਾਂ 'ਚ ਰਹਿਣਾ ਨਹੀਂ। ਹੋਰ ਵੀ ਜਿਹੜੇ ਬਾਕੀਆਂ ਨੂੰ ਸਾਰਿਆਂ ਨੂੰ ਕਹਿ ਦੇਣਾ ਇਸ ਐਤਵਾਰ ਤੋਂ ਉਹ ਸ਼ੁਰੂ ਹੋ ਰਿਹਾ ਪ੍ਰੋਗਰਾਮ। 7 ਵਜੇ ਵਾਲੀ ਬੰਦਗੀ ਐਤਵਾਰ ਦੀ ਬੰਦਗੀ ਹੋਗੀ। ਉਹਦੇ 'ਚ ਹੋ ਸਕਦਾ ਇਹ ਵਿਸ਼ਾ ਲਈਏ ਜਾਂ ਕੋਈ ਹੋਰ ਵਿਸ਼ਾ ਲਈਏ। ਹਾਲੇਲੂਇਆ। ਸੋ ਕੱਲ ਨੂੰ ਫਿਰ ਆਪਾਂ ਪ੍ਰਾਰਥਨਾ ਸਹਿਤ ਆਉਣਾ ਆ। ਪ੍ਰਾਰਥਨਾ ਤੋਂ ਬਗੈਰ ਆਉਣ ਦਾ ਤੁਹਾਨੂੰ ਕੋਈ ਫਾਇਦਾ ਹੋਣਾ ਨਹੀਂ, ਇਸ ਲਈ ਪ੍ਰਾਰਥਨਾ ਦੇ ਨਾਲ ਆਉਣਾ। ਪ੍ਰਭੂ ਜੀ ਧੰਨਵਾਦ ਕਰਦੇ ਹਾਂ ਅੱਜ ਦੇ ਅੱਛੇ ਸਮੇਂ ਲਈ, ਖੁਦਾਵੰਦ ਤੇਰੇ ਪਵਿੱਤਰ ਵਚਨ ਦੇ ਲਈ, ਔਰ ਜਿੰਨੀ ਸਾਡੀ ਉਮਰ ਹੈ ਆਤਮਿਕ ਉਹਦੇ ਹਿਸਾਬ ਨਾਲ ਸਾਡੇ ਨਾਲ ਗੱਲਾਂ ਕਰਨ ਲਈ ਧੰਨਵਾਦ। ਔਰ ਸਾਨੂੰ ਖੁਦਾਵੰਦ ਸਾਡੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੁੰਦਾ ਜਾ ਰਿਹਾ ਆ। ਪਰ ਇਹ ਤੇਰੇ ਵਚਨ ਦੇ ਸਦਕਾ ਹੀ ਹੋਇਆ ਆ ਪ੍ਰਭੂ ਜੀ। ਮੈਂ ਪ੍ਰਾਰਥਨਾ ਕਰਦਾ ਹਾਂ ਤੇਰੇ ਵਚਨ ਲਈ ਹਮੇਸ਼ਾ ਪਿਆਸੇ ਰਹੀਏ, ਭੁੱਖੇ ਰਹੀਏ, ਤਾਂ ਕਿ ਤੇਰੇ ਵਚਨ ਦੇ ਦੁਆਰਾ ਸਾਨੂੰ ਬਲ ਮਿਲੇ ਔਰ ਸਾਡੀ ਅੱਖ ਪੂਰੀ ਤਰ੍ਹਾਂ ਖੁੱਲਦੀ ਜਾਏ। ਵੱਡੀ ਕਿਰਪਾ ਕਰਨਾ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ। ਹੁਣ ਸਾਡੇ ਖੁਦਾ ਦਾ ਫਜ਼ਲ, ਬਾਪ ਦੀ ਮੁਹੱਬਤ, ਪਵਿੱਤਰ ਆਤਮਾ ਦੀ ਪਾਤਸ਼ਾਹ ਹੁਣ ਤੋਂ ਲੈ ਕੇ ਹਮੇਸ਼ਾ ਹਮੇਸ਼ਾ ਤੱਕ ਸਭ ਇਮਾਨਦਾਰਾਂ ਕਸਾਂ ਨਾਲ ਹੁੰਦੀ ਰਹੇ। ਆਮੀਨ। ਹਾਲੇਲੂਇਆ। ਹਾਲੇਲੂਇਆ। ਸਾਰਿਆਂ ਨੂੰ ਵੱਡੀ ਬਰਕਤ ਦੇ।